ਨਾਮ ਸ੍ਰੀ ਵਾਹਿਗੁਰੂ ਜੀ। ਆਪੇ ਕਾਜੀ ਆਪੇ ਮੁੱਲਾ, ਆਪ ਅਭੁੱਲ ਨ ਕਬਹੁ ਭੁੱਲਾ। ਆਪੇ ਮਿਹਰ ਦਇਆ ਪਤ ਦਾਤਾ, ਨਾ ਕਿਸੇ ਕੋ ਬਹਿਰਾਈ ਹੈ। ਜਿਸ ਬਖਸ਼ੇ ਤਿਸ ਦੇ ਵਡਿਆਈ, ਸਭ ਸੈ ਦਾਤਾ ਦਿਲ ਨਾਂਤ ਮਾਈ। ਭਰਪੁਰ ਧਾਰ ਰਹਿਆ ਨਿਹ ਕੇਵਲ, ਗੁਪਤ ਪ੍ਰਗਟ ਸਭ ਠਾਈ ਹੈ। ਕਿਆ ਸਲਾਹੀ ਅਗਮ ਅਪਾਰ, ਸਾਚੇ ਸਿਰਜਣ ਹਾਰ ਮੁਰਾਰੈ। ਜਿਸਨੂੰ ਨਦਰ ਕਰੇ ਤਿਸ ਮੇਲੇ, ਮੇਲ ਮਿਲੈ ਮਿਲਾਈ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਦੁਆਰੈ, ਉਭੇ ਸਿਵਹਿ ਲਖ ਅਪਾਰੈ। ਹੋਰ ਕੇਤੀ ਦਰ ਦੀਸੈ ਬਿਲ ਲਾਦੀ, ਮੈਂ ਗਣਤ ਨ ਆਵੈ ਕਾਈ ਹੈ। ਸਾਚੀ ਕੀਰਤ ਸਾਚੀ ਬਾਣੀ, ਹੋਰ ਨ ਦੀਸੈ ਵੇਦ ਪੁਰਾਣੀ। ਪੂੰਜੀ ਸਾਚ ਸੱਚੇ ਗੁਣ ਗਾਵਾਂ, ਮੈਂ ਧਰ ਹੋਰ ਨ ਕਾਈ ਹੈ। ਜੁਗ ਜੁਗ ਸਾਚਾ ਹੈ ਪੀ ਹੋਸੀ, ਕੌਣ ਨ ਮੂਆ ਕੌਣ ਨ ਮਰਸੀ। ਨਾਨਕ ਨੀਚ ਕਹੈ ਬੇਨੰਤੀ, ਦਰ ਦੇਖੋ ਲਿਵਲਾਈ ਹੈ। ਜੁਗ ਜੁਗ ਸਾਚਾ ਹੈ ਪੀ ਹੋਸੀ, ਕੌਣ ਨ ਮੂਆ ਕੌਣ ਨ ਮਰਸੀ। ਨਾਨਕ ਨੀਚ ਕਹੈ ਬੇਨੰਤੀ, ਦਰ ਦੇਖੋ ਲਿਵਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ, ਜੁਗ ਜੁਗੀ ਅਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵੇਖਿਆ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੀਸਰਾ 16 ਸ਼ਬਦ ਉਚਾਰਨ ਕਰ ਰਹੇ ਹਨ। ਦੂਜੀ ਦੁਰਮਤਾ ਅੰਨੀ ਬੋਲੀ। ਪਹਿਲੀ ਹੈ ਗੁਰਮਤ ਤੇ ਦੂਜੀ ਹੈ ਦੁਰਮਤ, ਖੋਟੀ ਮਤ। ਇਸ ਕੁਸੰਗਤ ਕਰਕੇ ਜੀਵ ਰੂਪ ਇਸਤਰੀ ਪ੍ਰਤੱਖ ਨੇਤਰ ਹੁੰਦਿਆਂ ਵੀ ਵਿਵੇਕ ਵੈਰਾਗ ਮਨ ਬਦਰੂਪ ਨੇਤਰਾਂ ਦੇ ਵਿੱਚ ਵਿਚਾਰ ਰੂਪ ਨਿਗਾਹ ਤੋਂ ਬਿਨਾਂ ਅੰਨੀ ਹੈ।
ਅਤੇ ਪ੍ਰਤੱਖ ਕੰਨ ਹੁੰਦਿਆਂ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਤੋਂ ਬਿਨਾਂ ਬੋਲੀ ਹੋ ਰਹੀ ਹੈ। ਕਾਮ ਕ੍ਰੋਧ ਕੀ ਕੱਚੀ ਚੋਲੀ, ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਕੱਚੀ ਚੋਲੀ ਪਹਿਨੀ ਹੋਈ ਹੈ, ਜਾਂ ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਗ੍ਰਸੀ ਹੋਈ ਬੁੱਧ ਦੇਹ ਰੂਪ ਚੋਲੀ ਕੱਚੇ ਪਾਸੇ ਹੀ ਲੱਗ ਰਹੀ ਹੈ। ਘਰ ਵਾਰ ਸਹਿਜ ਨ ਜਾਣੈ ਛੋਹਰ, ਇਹ ਜੀਵ ਰੂਪ ਅਗਿਆਤ ਅਵਸਥਾ ਵਾਲੀ ਇਸਤਰੀ ਆਪਣੇ ਹਿਰਦੇ ਵਿੱਚ ਵਸਦੇ ਪਤੀ ਪਰਮੇਸ਼ਰ ਨੂੰ ਸੁਭਾਵਿਕ ਹੀ ਨਹੀਂ ਜਾਣਦੀ। ਬਿਨ ਪਿਰ ਨੀਂਦ ਨ ਪਾਈ ਹੈ, ਤਾਂ ਹੀ ਇਸ ਨੇ ਪਤੀ ਪਰਮੇਸ਼ਰ ਦੀ ਸਾਖਿਆਤਤਾ ਤੋਂ ਬਿਨਾਂ ਸ਼ਾਂਤੀ ਸਮਾਧੀ ਇਕਾਗਰਤਾ ਰੂਪੀ ਨੀਂਦ ਨਹੀਂ ਪਾਈ ਹੈ। ਅੰਤਰ ਅਗਨ ਜਲ ਭੜਕਾਰੇ, ਇਸ ਦੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦੱਜੇ ਮਨਮੁਖਤਾ ਹੈ। ਪੜ ਪੜ ਸ਼ਬਦ ਕਰਦੀ ਹੋਈ ਭੱਟ ਦੀ ਤਰ੍ਹਾਂ ਜਲ ਬਲ ਰਹੀ ਹੈ। ਮਨ ਮੁਖ ਤੱਕੇ ਕੁੰਡਾਂ ਚਾਰੇ, ਮਨਮੁਖ ਪੁਰਸ਼ ਚਾਰੇ ਦਿਸ਼ਾਵਾਂ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਤੱਕਦਾ ਰਹਿੰਦਾ ਹੈ। ਬਿਨ ਸਤਿਗੁਰ ਸੇਵੇ ਕਿਉ ਸੁਖ ਪਾਈਐ, ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ ਤੋਂ ਬਿਨਾਂ ਕਿਵੇਂ ਸੁਖ ਪ੍ਰਾਪਤ ਕਰ ਸਕੀਦਾ ਹੈ। ਭਾਵ ਨਹੀਂ ਪ੍ਰਾਪਤ ਹੋ ਸਕਦਾ। ਸਾਚੇ ਹਾਥ ਬੜਾਈ ਹੈ, ਇਹ ਤਾਂ ਸੱਚੇ ਪਰਮੇਸ਼ਰ ਦੇ ਹੱਥ ਦੇ ਵਿੱਚ ਹੀ ਵਡਿਆਈ ਹੈ। ਭਾਵ ਉਹ ਕਿਰਪਾ ਕਰੇ ਤਾਂ ਹੀ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ। ਕਾਮ ਕ੍ਰੋਧ ਅਹੰਕਾਰ ਨਿਵਾਰੇ, ਕਾਮ ਕ੍ਰੋਧ ਅਹੰਕਾਰ ਨੂੰ ਨਿਵਰਤ ਕਰੇ। ਦਸ ਕਰ ਪੰਚ ਸ਼ਬਦ ਸੰਘਾਰੇ, ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜੋਰ ਗੁਰੂ ਦੇ ਉਪਦੇਸ਼ ਨਾਲ ਮਾਰਨਾ ਕਰੇ। ਗਿਆਨ ਖੜਗ ਲੈ ਮਨ ਸਿਉ ਲੂਜੈ, ਗਿਆਨ ਰੂਪੀ ਖੰਡਾ ਲੈ ਕੇ ਇਸ ਮਨ ਦੇ ਨਾਲ ਝਗੜ ਨਾ ਕਰੇ। ਮਨਸਾ ਮਨ ਹੈ ਸਮਾਈ ਹੈ, ਇਸ ਨਾਲ ਵਾਸ਼ਨਾਵਾਂ ਜਾਂ ਮਨਸਾ ਬੁੱਧੀ ਦੇ ਅੰਦਰਲੀ ਚਤੁਰਤਾ ਮਨ ਦੇ ਵਿੱਚ ਹੀ ਸਮਾ ਜਾਂਦੀ ਹੈ। ਮਾਂ ਕੀ ਰਖਤ ਪਿਤਾ ਬਿਦ ਤਾਰਾ, ਇਹ ਪਰਮਾਤਮਾ ਮਾਂ ਦੀ ਰਤ ਅਤੇ ਪਿਤਾ ਦੇ ਬੀਰਜ ਦੀ ਬੂੰਦ ਨੂੰ ਧਾਰਨ ਕਰਕੇ ਰੱਖ ਕਰਕੇ ਮੂਰਤ ਸੂਰਤ ਕਰਿਆ ਪਾਰਾ, ਇਹ ਬੇਅੰਤ ਪਰਮਾਤਮਾ ਤੂੰ ਇਹਨਾਂ ਮਲੀਨ ਅੰਸ਼ਾਂ ਤੋਂ ਬਹੁਤ ਹੀ ਸੁੰਦਰ ਸ਼ਕਲ ਅਤੇ ਆਕਾਰ ਰੂਪ ਨੂੰ ਬਣਾਉਣਾ ਕੀਤਾ ਹੈ। ਜੋਤ ਦਾਤ ਜਿੱਤੀ ਸਭ ਤੇਰੀ, ਇਹ ਪਰਮਾਤਮਾ ਜਿਤਨੀ ਵੀ ਬੁੱਧੀ ਦੇ ਅੰਦਰ ਜੋਤ ਮਤਲਬ ਗਿਆਤ ਹੈ ਅਤੇ ਬ੍ਰਹਮ ਵਿਦਿਆ ਜਾਂ ਸਾਧਕ ਦੀ ਦਾਤ ਬਖਸ਼ਿਸ਼ ਹੈ, ਇਹ ਸਭ ਤੇਰੀ ਹੀ ਦਿੱਤੀ ਹੋਈ ਹੈ। ਤੂੰ ਕਰਤਾ ਸਭ ਠਾਈ ਹੈ, ਤੂੰ ਸਭ ਸੰਸਾਰ ਦਾ ਕਰਤਾ ਰਚਨਹਾਰ ਅਤੇ ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਹੈ। ਤੁਝ ਹੀ ਕੀਆ ਜੰਮਣ ਮਰਣਾ, ਇਹ ਪਰਮਾਤਮਾ ਤੂੰ ਹੀ ਫਿਰ ਸੰਸਾਰ ਵਿੱਚ ਜੀਵਾਂ ਦਾ ਜੰਮਣਾ ਅਤੇ ਮਰਨਾ ਬਣਾਉਣਾ ਕੀਤਾ ਹੈ। ਗੁਰ ਤੇ ਸਮਝ ਪੜੀ ਕਿਉਂ ਡਰਣਾ, ਇਹ ਸਮਝ ਗੁਰੂ ਤੋਂ ਹੀ ਪ੍ਰਾਪਤ ਹੋਈ ਹੈ ਕਿ ਇਹ ਸਭ ਕੁਝ ਤੂੰ ਹੀ ਰਚਨਾ ਕੀਤਾ ਹੈ। ਫਿਰ ਹੁਣ ਅਸੀਂ
ਡਰਨਾ ਕੀ ਹੈ। ਤੂੰ ਦਿਆਲ ਦਇਆ ਕਰ ਦੇਖਾ ਹੈ। ਇਹ ਪ੍ਰਮਾਤਮਾ ਤੂੰ ਦਇਆ ਦਾ ਘਰ ਹੈ। ਜਿਸ ਮਨੁੱਖ ਵੱਲ ਤੂੰ ਆਪਣੀ ਦਇਆ ਮਿਹਰ ਦੀ ਦ੍ਰਿਸ਼ਟੀ ਕਰਕੇ ਵੇਖਦਾ ਹੈ। ਦੁੱਖ ਦਰਦ ਸਰੀਰਾ ਜਾਈ ਹੈ। ਉਸ ਦਾ ਜੰਮਣ ਮਰਨ ਦਾ ਦੁੱਖ ਅਵਿਦਿ ਆਦਿਕ ਦੀ ਪੀੜਾ ਸਰੀਰ ਦੇ ਵਿੱਚੋਂ ਚਲੀ ਜਾਂਦੀ ਹੈ। ਨਿਜ ਕਰ ਬੈਸ ਰਹੇ ਭਉ ਖਾਇਆ। ਜਿਨ੍ਹਾਂ ਨੇ ਤੇਰੇ ਭੈ ਨੂੰ ਖਾਣਾ ਕੀਤਾ ਮਤਲਬ ਧਾਰਨ ਕੀਤਾ ਹੈ, ਉਹ ਆਪਣੇ ਸਰੂਪ ਰੂਪੀ ਘਰ ਵਿੱਚ ਜਾਂ ਸਤ ਸੰਗਤ ਤੁਰਿਆ ਪਦ ਰੂਪ ਘਰ ਦੇ ਵਿੱਚ ਅੰਤਰਮੁਖ ਬਿਰਤੀ ਕਰਕੇ ਬੈਠੇ ਰਹਿੰਦੇ ਹਨ। ਤਾਵਤ ਰਾਖੇ ਠਾਕੁਰ ਹਾਇਆ। ਉਹਨਾਂ ਨੇ ਵਿਸ਼ਿਆਂ ਦੇ ਵੱਲ ਦੌੜਦੇ ਇੰਦਰੀਆਂ ਨੂੰ ਕਾਬੂ ਕਰਕੇ ਰੱਖ ਲਿਆ ਹੈ ਅਤੇ ਆਪਣੇ ਮਨ ਨੂੰ ਸਕੰਪਾਂ ਵਿਕਲਪਾਂ ਵੱਲ ਦੌੜਦੇ ਹੋਏ ਨੂੰ ਰੋਕ ਕੇ ਰੱਖ ਲਿਆ ਹੈ। ਕਮਲ ਬੇਗਾਸ ਹਰੀ ਸਰ ਸੁਭਰ। ਉਹਨਾਂ ਦਾ ਅੰਤःਕਰਨ ਰੂਪੀ ਸਰੋਵਰ ਨਾਮ ਰੂਪ ਪਾਣੀ ਦੇ ਨਾਲ ਲਬਾਲਬ ਭਰਿਆ ਰਹਿੰਦਾ ਹੈ। ਆਤਮ ਰਾਮ ਸਖਾਈ ਹੈ। ਜਿਸ ਵਿੱਚ ਸ਼ੁਭ ਗੁਣਾ ਰੂਪੀ ਕਮਲ ਖੇਡ ਆਏ ਨੇ ਅਤੇ ਆਨੰਦ ਨਾਲ ਹਰੇ ਭਰੇ ਹੋਏ ਨੇ। ਇਹ ਆਪਣਾ ਆਪ ਰੂਪ ਰਾਮ ਪਰਮਾਤਮਾ ਤੂੰ ਉਹਨਾਂ ਦਾ ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ। ਮਰਨ ਲਖਾਏ ਮੰਡਲ ਮਹਿਆਏ। ਸਭ ਜੀਵ ਆਪਣਾ ਮੌਤ ਦਾ ਪਰਵਾਨਾ ਲਿਖਾ ਕੇ ਹੀ ਇਹ ਸੰਸਾਰ ਦੇ ਵਿੱਚ ਆਏ ਹਨ। ਕਿਉ ਰਹੀਐ ਚਲਣਾ ਪਰਥਾਏ। ਫਿਰ ਇੱਥੇ ਅਚਲ ਹੋ ਕੇ ਕਿਵੇਂ ਰਹਿ ਸਕਾਂਗੇ, ਭਾਵ ਨਹੀਂ ਰਹਿ ਸਕਾਂਗੇ। ਅੰਤ ਨੂੰ ਪਰਾਏ ਥਾਂ ਭਾਵ ਪਰਲੋਕ ਦੇ ਵਿੱਚ ਜਾਣਾ ਹੀ ਪੈਣਾ ਹੈ। ਸੱਚਾ ਅਮਰ ਸੱਚੇ ਅਮਰਾਪੁਰ। ਪਰਮੇਸ਼ਰ ਦਾ ਸੱਚਾ ਹੁਕਮ ਹੈ ਜੋ ਉਸ ਦੇ ਸੱਚੇ ਹੁਕਮ ਦੇ ਵਿੱਚ ਪੂਰਨ ਤੌਰ 'ਤੇ ਜੁੜੇ ਹੋਏ ਹਨ। ਇਸੇ ਪ੍ਰਕਾਰ ਸੱਚਾ ਅਮਰ ਸੱਚੇ ਅਮਰਾਪੁਰ। ਸੱਚਾ ਹੁਕਮ ਮੰਨਣ ਵਾਲੇ ਮੌਤ ਤੋਂ ਰਹਿਤ ਪੁਰੀ ਭਾਵ ਅਚਲ ਪਦਵੀ ਵਿੱਚ ਪਹੁੰਚ ਕੇ ਸੱਚੇ ਦਾ ਸਰੂਪ ਹੋ ਜਾਂਦੇ ਹਨ। ਸੋ ਸੱਚ ਮਿਲੈ ਵਡਾਈ ਹੈ। ਉਹ ਸੱਚ ਸਰੂਪ ਦੇ ਵਿੱਚ ਮਿਲ ਜਾਂਦੇ ਨੇ ਜਾਂ ਸੱਚਾ ਨਾਮ ਜਪਣ ਵਾਲਿਆਂ ਨੂੰ ਸੱਚ ਸਰੂਪ ਦੀ ਪ੍ਰਾਪਤੀ ਰੂਪ ਸ਼ੋਭਾ ਵਡਿਆਈ ਮਿਲਦੀ ਹੈ। ਆਪ ਉਪਾਇਆ ਜਗਤ ਸੁਭਾਇਆ। ਇਹ ਸਾਰਾ ਸੰਸਾਰ ਸੱਚੇ ਪ੍ਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ। ਜਿਨ ਸਿਰਿਆ ਤਿਨ ਧੰਦਾ ਲਾਇਆ। ਜਿਸ ਪਰਮੇਸ਼ਰ ਨੇ ਸਿਰਜਿਆ ਮਤਲਬ ਰਚਨਾ ਕੀਤਾ ਹੈ, ਤਿਸ ਨੇ ਹੀ ਜੀਵਨ ਦੀ ਵਾਸ਼ਨਾ ਦੇ ਅਨੁਸਾਰ ਕੰਮਾਂ ਕਾਰਾਂ ਦੇ ਵਿੱਚ ਲਾਇਆ ਹੈ। ਸੱਚਾ ਉਪਰ ਅਵਰਨ ਦਿਸਾ। ਸੱਚੇ ਪਰਮੇਸ਼ਰ ਦੇ ਉੱਪਰ ਹੋਰ ਕੋਈ ਵੀ ਸਮਰੱਥ ਨਹੀਂ ਦਿਸਦਾ। ਸਾਚੇ ਕੀਮਤ ਪਾਈ ਹੈ। ਸੱਚੇ ਪਰਮਾਤਮਾ ਨੇ ਆਪ ਹੀ ਸੰਸਾਰ ਦੀ ਪੁੰਨ ਪਾਪ ਆਦਿਕ ਦੀ ਕੀਮਤ ਪਾਈ ਹੈ। ਇੱਥੇ ਗੋਇਲੜਾ ਦਿਨ ਚਾਰੇ। ਜੀਵ ਇਹ ਸੰਸਾਰ ਦੇ ਵਿੱਚ ਗੋਇਲ ਨਿਵਾਸ ਦੀ ਤਰ੍ਹਾਂ ਚਾਰ ਕੁ ਹੀ ਦਿਨ ਦਾ ਵਾਸੀ ਹੈ। ਭਾਵ ਜਦੋਂ ਕਿਤੇ ਔੜ ਲੱਗ ਜਾਂਦੀ ਹੈ, ਭਾਵ ਕਾਲ ਪੈ ਜਾਂਦਾ, ਤਾਂ ਗਾਈਆਂ ਚਾਰਨ ਵਾਲੇ ਗਵਾਲੇ ਆਪਣੇ ਪਸ਼ੂ ਆਦਿਕ ਲੈ ਕੇ ਦਰਿਆਵਾਂ ਆਦਿਕ ਪਾਣੀ ਵਾਲੇ ਅਸਥਾਨਾਂ ਦੇ ਕਿਨਾਰਿਆਂ ਉੱਪਰ ਮਾਲ ਡੰਗਰ ਚਾਰਨ ਲਈ ਕੁਝ ਸਮਾਂ ਬਤੀਤ ਕਰਨ ਲਈ ਚਲੇ ਜਾਂਦੇ ਨੇ। ਜਿਤਨਾ ਚਿਰ ਵਰਖਾ ਨਹੀਂ ਹੁੰਦੀ ਉਤਨਾ ਚਿਰ ਉਹ ਗਾਈਆਂ ਨੂੰ ਦਰਿਆਵਾਂ ਕਿਨਾਰੇ ਘਾਹ ਆਦਿਕ ਚਾਰਦੇ ਨੇ। ਜੇਕਰ ਉੱਥੇ ਮੇਰ ਕਰਕੇ ਬੈਠ ਜਾਣ
ਤਾਂ ਕੌਣ ਰਹਿਣ ਦੇਵੇਗਾ। ਇੱਕ ਦਿਨ ਤਾਂ ਉਤੋਂ ਜਾਣਾ ਹੀ ਪਵੇਗਾ। ਇਸੇ ਪ੍ਰਕਾਰ ਪਾਤਸ਼ਾਹ ਫਰਮਾਉਂਦੇ ਨੇ, ਸ੍ਰੀ ਰਾਗ ਮਹੱਲਾ ਪਹਿਲਾ। ਗੋਇਲ ਆਇਆ ਗੋਇਲੀ ਕਿਆ ਤਿਸ ਡੰਭ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਹਰ ਗੁਣ ਗਾਓ ਮਨ ਸਤਿਗੁਰ ਨਾਲ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਇਉਂ ਇਹ ਸੂਖਮ ਸਥੂਲ ਤੇ ਕਾਰਨ ਦੇਹਾਂ ਰੂਪ ਗਾਈਆਂ ਨੂੰ ਜੀਵ ਆਤਮਾ ਰੂਪ ਗਵਾਲਾ ਸੰਸਾਰ ਰੂਪ ਦਰਿਆ ਵਿੱਚ ਲੈ ਕੇ ਆਇਆ ਹੈ। ਕਾਲ ਰੂਪੀ ਮੀਂਹ ਪੈਣ ਤੋਂ ਸਭ ਨੇ ਚਲੇ ਹੀ ਜਾਣਾ ਹੈ। ਭਾਵ ਇੱਥੇ ਪੱਕਾ ਮੁਕਾਮ ਕਿਸੇ ਦਾ ਵੀ ਨਹੀਂ ਹੈ। ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਵੱਧ ਹੋ, ਲਾਗ ਰਹੋ ਨਾਮੇ ਰਹਾਓ। ਮੁੱਲਾਂ ਦਾ ਆਸਨ ਕਰਬ ਹੈ। ਅਤੇ ਇਉਂ ਮਹਾਰਾਜ ਨੇ ਆਖਿਆ ਕਿ ਭਾਈ ਇਹ ਜਿਹੜੇ ਮੁਸਲਮਾਨ ਲੋਕ ਨੇ ਇਹ ਆਪਦੇ ਆਸਨ ਲਾ ਕੇ ਬੈਠਦੇ ਨੇ। ਮੁੱਲਾਂ ਕਹੈ ਸਥਾਨ ਅਤੇ ਪੰਡਤ ਵਖਾਨੇ ਪੋਥੀਆਂ, ਦੇਵ ਸਿੱਧ ਬਹੈ ਦੇਵ ਸਥਾਨ। ਇਉਂ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੋਏ ਅਜ਼ਰਾਈਲ ਗ੍ਰਿਫਤ ਦਿਲ ਹੇਚ ਨਾਦਾਨੀ। ਇਹ ਜਿਹੜਾ ਦੁਨੀਆ ਦਾ ਮੁਕਾਮ ਹੈ ਇਹ ਪਾਤਸ਼ਾਹ ਕਹਿੰਦੇ ਨਾਸ਼ਵੰਤ ਹੈ। ਸਿਰ ਦੇ ਕੇਸ ਅਜ਼ਰਾਈਲ ਫਰਿਸ਼ਤੇ ਨੇ ਪਕੜੇ ਹੋਏ ਨੇ, ਇਹਨੇ ਦਬੋਚ ਕੇ ਲੈ ਜਾਣਾ ਹੈ। ਇਹ 4 ਦਿਨ ਆਪਣੀ ਨੌਬਤ ਚਲੇ ਬਜਾਏ, ਇਤਨ ਕੋ ਗਠੀਆ ਖਟੀਆ ਮਠੀਆ ਸੰਗ ਨਾ ਕਛ ਲੈ ਜਾਏ। 4 ਦਿਨਾਂ ਦੀ ਜ਼ਿੰਦਗੀ ਹੈ। ਖੇਲ ਤਮਾਸ਼ਾ ਧੁੰਦੁਕਾਰੇ, ਇਸ ਖੇਲ ਤੇ ਤਮਾਸ਼ਾ ਰੂਪ ਜਗਤ ਵਿੱਚ ਅਗਿਆਨ ਦਾ ਹਨੇਰਾ ਛਾਇਆ ਹੋਇਆ ਹੈ। ਜਾਂ ਪਰਮਾਤਮਾ ਇਹ ਤਮਾਸ਼ਾ ਰੂਪ ਜਗਤ ਬਣਾ ਕੇ ਜਦੋਂ ਖੇਲ ਖਿੰਡਾ ਦਿੰਦਾ ਹੈ ਉਦੋਂ ਸਭ ਪਾਸੇ ਹਨੇਰਾ ਹੀ ਹਨੇਰਾ ਛਾ ਜਾਂਦਾ। ਭਾਵ ਸੂਰਜ ਚੰਦਰਮਾ ਆਦਿਕ ਕੁਝ ਵੀ ਨਹੀਂ ਰਹਿੰਦੇ ਹਨ। ਬਾਜੀ ਖੇਲ ਗਾਏ ਬਾਜੀਗਰ, ਖੇਡਾਂ ਕਰਨ ਵਾਲੇ ਜਿਹੜੇ ਜੀਵ ਇਹ ਸੰਸਾਰ ਰੂਪ ਖੇਲ ਵਿੱਚ ਪੈ ਕੇ ਆਪਣੀ ਜਾਗਰਤ ਸੁਪਨ ਸਖੋਪਤ ਦੀ ਬਾਜ਼ੀ ਖੇਡ ਕੇ ਚਲੇ ਗਏ ਹਨ। ਜੋ ਨੈਸਾ ਸੁਪਨ ਪਖਲਾਈ ਹੈ, ਜਿਵੇਂ ਰਾਤ ਨੂੰ ਸੁਪਨੇ ਦੇ ਵਿੱਚ ਬਰੜਾਉਂਦਾ ਹੈ, ਅਰਥਾਤ ਜੀਵ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਸੰਸਾਰ ਰੂਪ ਸੁਪਨੇ ਵਿੱਚ ਪਖਲਾਉਂਦੇ ਭਟਕਦੇ ਰਹਿੰਦੇ ਹਨ। ਤੈਨ ਕੋ ਤਖਤ ਮਿਲੀ ਵਡਿਆਈ, ਤਿੰਨਾਂ ਪੁਰਖਾਂ ਨੂੰ ਹੀ ਸਰੂਪ ਰੂਪੀ ਤਖਤ ਦੀ ਪ੍ਰਾਪਤੀ ਰੂਪ ਵਡਿਆਈ ਮਿਲੀ ਹੈ। ਨਿਰਭਉ ਮਨ ਵਸਿਆ ਲਿਵਲਾਈ, ਜਿਨ੍ਹਾਂ ਦੇ ਹਿਰਦੇ ਵਿੱਚ ਭੈ ਤੋਂ ਰਹਿਤ ਪਰਮਾਤਮਾ ਵਸ ਜਾਂਦਾ ਹੈ ਅਤੇ ਜਿਨ੍ਹਾਂ ਨੇ ਹਰੀ ਦੇ ਵਿੱਚ ਆਪਣੀ ਲਿਵ ਬਿਰਤੀ ਨੂੰ ਲਾਇਆ ਹੋਇਆ ਹੈ। ਖੰਡੀ ਬ੍ਰਹਮੰਡੀ ਪਾਤਾਲੀ ਪੁਰਈ, 9 ਖੰਡਾਂ ਬ੍ਰਹਮੰਡਾਂ ਪਤਾਲਾਂ ਅਤੇ ਛੇ ਵਿਸ਼ਨ ਆਦਿਕ ਪੁਰੀਆਂ ਦੇ ਵਿੱਚ ਤ੍ਰਿਭਵਨ ਤਾੜੀ ਲਾਈ ਹੈ, ਅਤੇ ਤਿੰਨਾਂ ਲੋਕਾਂ ਵਿੱਚ ਉਸ ਪਰਮਾਤਮਾ ਨੇ ਸਮਾਧੀ ਲਾਈ ਹੋਈ ਹੈ। ਭਾਵ ਸਭ ਤਾਈਂ ਵਿਆਪਕ ਹੈ। ਇਸੇ ਪ੍ਰਕਾਰ ਖੰਡੀ ਬ੍ਰਹਮੰਡੀ ਪਾਤਾਲੀ ਪੁਰਈ, ਜੋ ਹਰੀ ਖੰਡਾਂ ਬ੍ਰਹਮੰਡਾਂ ਪਤਾਲਾਂ ਪੁਰੀਆਂ ਅਤੇ ਤ੍ਰਿਭਵਨ ਤਾੜੀ ਲਾਈ ਹੈ, ਤਿੰਨਾਂ ਲੋਕਾਂ ਵਿੱਚ ਵਿਆਪਕ ਹੈ। ਉਸ ਹਰੀ ਵਿੱਚ ਗੁਰਮੁਖ ਜਨਾਂ ਨੇ ਸਮਾਧੀ ਲਾਈ ਹੋਈ ਹੈ। ਸਾਚੀ ਨਗਰੀ ਤਖਤ ਸਚਾਵਾ, ਉਹਨਾਂ ਦੀ ਦੇਹੀ ਰੂਪ ਨਗਰੀ ਸੱਚੀ ਹੈ ਅਤੇ ਅੰਤःਕਰਨ ਰੂਪੀ ਤਖਤ ਵੀ ਸੱਚਾ ਹੈ।
ਇਸੇ ਪ੍ਰਕਾਰ ਸਾਚੀ ਨਗਰੀ ਤਖਤ ਸਚਾਵਾ। ਉਹਨਾਂ ਦੀ ਦਸਮ ਦਵਾਰ ਰੂਪ ਨਗਰੀ ਵੀ ਸੱਚੀ ਹੈ ਅਤੇ ਉਸ ਉੱਪਰ ਸਾਹੰਸਰ ਦਲ ਰੂਪ ਤਖਤ ਵੀ ਸੱਚਾ ਹੈ। ਇਸੇ ਪ੍ਰਕਾਰ ਸਾਚੀ ਨਗਰੀ ਤਖਤ ਸਚਾਵਾ। ਵਾਹਿਗੁਰੂ ਜੀ ਦੀ ਇਹ ਸੰਸਾਰ ਦੇ ਵਿੱਚ ਸਾਧ ਸੰਗਤ ਰੂਪ ਨਗਰੀ ਵੀ ਸੱਚੀ ਹੈ ਅਤੇ ਸਾਧ ਸੰਗਤ ਉੱਪਰ ਨਿਸ਼ਚੇ ਰੂਪ ਤਖਤ ਵੀ ਸੱਚਾ ਹੈ, ਜਿਹਦੇ ਤਖਤ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ। ਜਾਂ ਦੁਨੀਆ ਦੇ ਸਾਰੇ ਤਖਤ ਝੂਠੇ ਨੇ, ਇੱਕ ਸ੍ਰੀ ਅਕਾਲ ਤਖਤ ਸਾਹਿਬ ਸੱਚਾ ਹੈ। ਇਸੇ ਪ੍ਰਕਾਰ ਸਾਚੀ ਨਗਰੀ ਤਖਤ ਸਚਾਵਾ। ਸ਼ੁਭ ਗੁਣਾ ਰੂਪੀ ਨਗਰੀ ਵੀ ਸੱਚੀ ਹੈ ਅਤੇ ਤੁਰਿਆ ਪਦ ਰੂਪ ਤਖਤ ਵੀ ਸੱਚਾ ਹੈ। ਗੁਰਮੁਖ ਸਾਚ ਮਿਲੈ ਸੁਖ ਪਾਵਾ। ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਸੱਚਾ ਨਾਮ ਪ੍ਰਾਪਤ ਹੁੰਦਾ ਹੈ, ਜਿਸ ਕਰਕੇ ਉਹ ਸੁਖ ਸਰੂਪ ਨੂੰ ਪਾਉਣਾ ਕਰਦੇ ਹਨ। ਇਸੇ ਪ੍ਰਕਾਰ ਸਾਚੀ ਨਗਰੀ ਤਖਤ ਸਚਾਵਾ। ਇਹ ਜੋ ਸੰਸਾਰ ਦੀ ਨਗਰੀ ਹੈ, ਇਹ ਵਾਹਿਗੁਰੂ ਨੇ ਸੱਚੀ ਬਣਾਈ ਹੋਈ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹਦੇ ਵਿੱਚ ਜਿਹੜਾ ਸਾਧ ਸੰਗਤ ਰੂਪੀ ਤਖਤ ਹੈ, ਜਿਹਦੇ ਵਿੱਚ ਪਰਮਾਤਮਾ ਵਿਆਪਕ ਹੈ ਤਾਂ ਸਾਰੇ ਸੰਸਾਰ ਵਿੱਚ, ਪਰ ਸੰਗਤ ਦੇ ਵਿੱਚ ਪ੍ਰਤੱਖ ਵਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਵੀ ਤਖਤ ਵਾਹਿਗੁਰੂ ਜੀ ਦਾ ਸੱਚਾ ਹੈ। ਗੁਰਮੁਖ ਸਾਚ ਮਿਲੈ ਸੁਖ ਪਾਵਾ। ਜਿਨ੍ਹਾਂ ਨੂੰ ਗੁਰ ਚੇਤਨ ਅਤੇ ਮੁਖੀ ਸੱਚ ਸਰੂਪ ਪਰਮਾਤਮਾ ਮਿਲ ਜਾਂਦਾ ਹੈ, ਉਹਨਾਂ ਨੇ ਬ੍ਰਹਮਾਨੰਦ ਰੂਪ ਸੁਖ ਨੂੰ ਪਾਉਣਾ ਕੀਤਾ ਹੈ। ਸਾਚੇ ਸਾਚੈ ਤਖਤ ਵਡਾਈ। ਉਹਨਾਂ ਨੂੰ ਹੀ ਸੱਚੇ ਪਰਮੇਸ਼ਰ ਦੇ ਪਾਸੋਂ ਸੱਚ ਸਰੂਪ ਰੂਪੀ ਤਖਤ ਦੀ ਪ੍ਰਾਪਤੀ ਰੂਪ ਸ਼ੋਭਾ ਮਿਲਦੀ ਹੈ। ਹਉਮੈ ਗਣਤ ਗਵਾਈ ਹੈ। ਜਿਨ੍ਹਾਂ ਨੇ ਹੰਗਤਾ ਮਮਤਾ ਦੀ ਗਿਣਤੀ ਗਵਾਈ ਹੋਈ ਹੈ। ਗਣਤ ਗਣੀਐ ਸਹਿਸਾ ਜੀਐ। ਕਰਮ ਧਰਮ ਦੀ ਗਿਣਤੀ ਗਿਣਦੇ ਤਾਂ ਹਿਰਦੇ ਜਾਂ ਜੀਵ ਅੰਦਰ ਸੰਸਾ ਬਣਿਆ ਰਹਿੰਦਾ ਹੈ। ਕਿਉ ਸੁਖ ਪਾਵੈ ਦੂਐ ਤੀਐ। ਦੁਐਤ ਅਤੇ ਤਿੰਨਾਂ ਗੁਣਾਂ ਦੇ ਵਿੱਚ ਜਾਂ ਤ੍ਰਿਗੁਣੀ ਮਾਇਆ ਵਿੱਚ ਲੱਗਣ ਕਰਕੇ ਜੀਵ ਕਿਵੇਂ ਸੁਖ ਪਾ ਸਕਦਾ ਹੈ। ਜਾਂ ਦੂਆ ਤੀਆ, ਦੋ ਭਾਵ ਜੀਵ ਈਸ਼ ਦੇ ਭੇਦ ਵਿੱਚ ਲੱਗਣ ਵਾਲਾ, ਅਤੇ ਤਿੰਨ ਭਾਵ ਤਿੰਨ ਪ੍ਰਕਾਰ ਸੁਤ ਬਿਤ ਲੋਕ ਈਖਣਾ ਤੀਨੀ ਰੂਪ ਵਾਸ਼ਨਾ ਵਿੱਚ ਲੱਗਣ ਵਾਲਾ ਕਿਵੇਂ ਸੁਖ ਪਾ ਸਕਦਾ, ਭਾਵ ਨਹੀਂ ਪਾ ਸਕਦਾ। ਇਸੇ ਪ੍ਰਕਾਰ ਕਿਉ ਸੁਖ ਪਾਵੈ ਦੂਐ ਤੀਆ। ਅਗਿਆਨ ਦੀਆਂ ਦੋ ਸ਼ਕਤੀਆਂ ਵਖੇਪ ਤੇ ਅਵਰਨ ਵਿੱਚ ਲੱਗੇ ਹੋਏ ਨੇ ਜੀਵ, ਜਿਹੜੇ ਇਹਨਾਂ 'ਚ ਲੱਗੇ ਨੇ ਤੇ ਤਿੰਨਾਂ ਦੇਹਾਂ ਕਾਰਨ ਸੂਖਮ ਅਸਤੂਲ ਵਿੱਚ ਲੱਗੇ ਹੋਏ ਨੇ, ਅਤੇ ਉਹ ਜਿਹੜੇ ਇਹਨਾਂ ਤਿੰਨਾਂ ਦੇਹਾਂ 'ਚ ਲੱਗੇ ਹੋਏ ਨੇ ਉਹ ਦੱਸੋ ਕਿਵੇਂ ਸੁਖ ਪਾ ਸਕਦੇ ਹਨ, ਭਾਵ ਨਹੀਂ ਸੁਖ ਪਾ ਸਕਦੇ। ਨਿਰਮਲ ਏਕ ਨਿਰੰਜਨ ਦਾਤਾ। ਨਿਰਮਲ ਉਜਲ ਇੱਕ ਅਦਵੈਤ ਸਰੂਪ ਅਤੇ ਸ਼ੁੱਧ ਸਰੂਪ ਇੱਕ ਦਾਤਾਰ ਪਰਮੇਸ਼ਰ ਹੀ ਉਸ ਦੀ ਪ੍ਰਾਪਤੀ ਰੂਪ। ਗੁਰ ਪੂਰੇ ਤੇ ਪਤ ਪਾਈ ਹੈ। ਜਿਹੜੀ ਪਤ ਪ੍ਰਤਿਸ਼ਠਾ ਇੱਜ਼ਤ ਪੂਰਨ ਗੁਰੂ ਸਾਹਿਬ ਜੀ ਤੋਂ ਹੀ ਪਾਈ ਦੀ ਹੈ, ਜਾਂ ਉਸ ਪਤੀ ਪਰਮੇਸ਼ਰ ਦੀ ਪੂਰਨ ਗੁਰੂ ਸਾਹਿਬ ਜੀ ਦੁਆਰਾ ਹੀ ਪ੍ਰਾਪਤੀ ਹੁੰਦੀ ਹੈ। ਜੁਗ ਜੁਗ ਵਿਰਲੀ ਗੁਰਮੁਖ ਜਾਤਾ। ਉਹ ਪਰਮੇਸ਼ਰ ਜੁਗਾਂ ਜੁਗਾਂ ਵਿੱਚ ਵਿਆਪਕ ਹੈ, ਪਰ ਕਿਸੇ ਟਾਵੀਂ ਟਾਵੀਂ ਗੁਰਮੁਖਾਂ ਨੇ ਗੁਰਾਂ ਦੁਆਰਾ
ਉਸ ਨੂੰ ਜਾਣਿਆ ਹੈ। ਸਾਚਾ ਰਵ ਰਹਿਆ ਮਨ ਰਾਤਾ, ਕਿ ਸੱਚਾ ਪਰਮੇਸ਼ਰ ਸਾਰੇ ਯੁੱਗਾਂ ਸਾਰੇ ਥਾਵਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਇਉਂ ਨਿਸ਼ਚਾ ਕਰਕੇ ਉਸ ਗੁਰਮੁਖ ਦਾ ਜੋ ਮਨ ਹਿਰਦਾ ਉਸ ਵਾਹਿਗੁਰੂ ਪਰਮੇਸ਼ਰ ਨਾਲ ਰੰਗਿਆ ਜਾਂਦਾ ਹੈ। ਤਿਸ ਕੀ ਓਟਾ ਗਹੀ ਸੁਖ ਪਾਇਆ, ਇਸ ਪਰਮੇਸ਼ਰ ਦੀ ਜਿਸ ਨੇ ਟੇਕ ਓਟ ਗ੍ਰਹਿਣ ਕੀਤੀ ਹੈ ਉਸ ਨੇ ਹੀ ਸੁਖ ਸਰੂਪ ਨੂੰ ਪਾਇਆ ਹੈ। ਮਨ ਤਨ ਮੈਲ ਨਾ ਕਾਈ ਹੈ, ਉਸ ਦੇ ਮਨ ਹਿਰਦੇ ਅੰਦਰ ਹੰਗਤਾ ਮਮਤਾ ਅਤੇ ਤਨ ਸਰੀਰ ਵਿੱਚ ਵਿਕਾਰਾਂ ਆਦਿਕ ਦੀ ਕੋਈ ਵੀ ਮਲੀਨਤਾਈ ਨਹੀਂ ਹੈ। ਜੀ ਭਰ ਸਾਇਣ ਸਾਚਾ ਰਾਤੀ, ਜਿਸ ਮਨੁੱਖ ਦੀ ਪ੍ਰਤੱਖ ਜੀਵ ਜਾਂ ਪ੍ਰੀਤੀ ਰੂਪ ਜੀਵ ਰਸਾਂ ਦੇ ਘਰ ਸੱਚੇ ਪ੍ਰਭੂ ਦੇ ਨਾਮ ਦੇ ਵਿੱਚ ਰੰਗੀ ਜਾਂਦੀ ਹੈ। ਹਰ ਪ੍ਰਭ ਸੰਗੇ ਭਉ ਨ ਪਰਾਤੀ, ਉਸ ਦੀ ਬੁੱਧ ਦਾ ਹਰੇ ਪਰੇ ਕਰਨ ਵਾਲੇ ਪਰਮਾਤਮਾ ਹਰੇ ਪਰੇ ਕਰਨ ਵਾਲੇ ਜਿਹੜਾ ਉਹਦੀ ਬੁੱਧ ਹੈ ਉਸ ਬੁੱਧ ਦਾ ਹਰੇ ਪਰੇ ਕਰਨ ਵਾਲਾ ਜਿਹੜਾ ਪ੍ਰਭੂ ਪਰਮਾਤਮਾ ਉਹ ਸਾਥੀ ਬਣ ਜਾਂਦਾ ਹੈ। ਸਰਵ ਅਤੇ ਸੋ ਭਉ ਨਾ ਭਰਾਤੀ, ਉਸ ਮਨੁੱਖ ਨੂੰ 7 ਪ੍ਰਕਾਰ ਦਾ ਭਉ ਡਰ ਅਤੇ ਭਰਾਤੀ ਭਟਕਣਾ ਨਹੀਂ ਰਹਿੰਦੀ ਹੈ। ਸ਼੍ਰਵਣ ਸਰੋਤ ਰਜੇ ਗੁਰਬਾਣੀ, ਸਤਿਗੁਰੂ ਜੀ ਦੀ ਬਾਣੀ ਦੇ ਸੁਣਨ ਦੇ ਵਿੱਚ ਉਹਦੇ ਜਿਹੜੇ ਸਰੋਤ ਕੰਨ ਨੇ ਉਹ ਤ੍ਰਿਪਤ ਹੋਏ ਰਹਿੰਦੇ ਨੇ। ਉਹਦੀ ਜਿਹੜੀ ਪ੍ਰਤੱਖ ਜੋਤ ਹੈ ਜੋਤੀ ਜੋਤ ਮਲਾਈ ਹੈ, ਸੋ ਉਹਦੀ ਪ੍ਰਤੱਖ ਜੋਤ ਜੋਤੀ ਅਦਵੈਤ ਆਨੰਦ ਸਰੂਪ ਪ੍ਰਮਾਤਮਾ ਨੇ ਆਪਣੇ ਵਿੱਚ ਮਿਲਾਉਣਾ ਕੀਤੀ ਹੈ। ਰਖ ਰਖ ਪੈਰ ਧਰੇ ਪਉ ਧਰਣਾ, ਗੁਰਮੁਖ ਜਨ ਧਰਤੀ ਉੱਪਰ ਕੁਸੰਗਤ ਵੱਲੋਂ ਰੋਕ ਰੋਕ ਕੇ ਆਪਣੇ ਪੈਰ ਧਰਦੇ ਨੇ ਜਾਂ ਆਪਣੇ ਮਨ ਰੂਪ ਪੈਰ ਨੂੰ ਵਿਸ਼ਿਆਂ ਵੱਲੋਂ ਰੋਕ ਰੋਕ ਕੇ ਭੂਮਾ ਰੂਪ ਬ੍ਰਹਮ ਉੱਪਰ ਸਥਿਤ ਕਰਦੇ ਹਨ। ਜਾਤ ਕਤ ਦੇਖੋ ਤੇਰੀ ਸਰਣਾ, ਹੇ ਪਰਮਾਤਮਾ ਉਹ ਜਿੱਥੇ ਕਿਤੇ ਵੀ ਦੇਖਦੇ ਨੇ ਉਹ ਤੇਰੀ ਹੀ ਓਟ ਤੱਕਦੇ ਹਨ। ਦੁਖ ਸੁਖ ਦੇਹ ਤੁਹੈ ਮਨ ਭਾਵ ਹੈ, ਹੇ ਪਰਮਾਤਮਾ ਭਾਵੇਂ ਤੂੰ ਨਾ ਗੁਰਮੁਖ ਜਨਾਂ ਨੂੰ ਦੁੱਖ ਦੇਵੇਂ ਤੇ ਭਾਵੇਂ ਦੇਵੇਂ ਸੁਖ, ਪਰ ਉਹਨਾਂ ਦੇ ਮਨ ਹਿਰਦੇ ਵਿੱਚ ਤੂੰ ਹੀ ਪਾਉਂਦਾ ਹੈ। ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਅਤੇ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਤੁਝ ਹੀ ਸਿਉ ਬਣ ਆਈ ਹੈ, ਉਹਨਾਂ ਗੁਰਮੁਖਾਂ ਦੀ ਤੇਰੇ ਨਾਲ ਹੀ ਪ੍ਰੀਤੀ ਬਣ ਆਈ ਹੈ। ਅੰਤ ਕਾਲ ਕੋ ਬੇਲੀ ਨਾਹੀ, ਹੁਣ ਤਾਂ ਮਾਇਆ ਦੇ ਕਰਕੇ ਬਥੇਰੇ ਮਿੱਤਰ ਬਣਦੇ ਨੇ, ਪਰ ਮਰਨ ਤੋਂ ਬਾਅਦ ਅੰਤ ਦੇ ਸਮੇਂ ਵਿੱਚ ਜੀਵ ਦਾ ਕੋਈ ਵੀ ਬੇਲੀ ਸਹਾਇਕ ਨਹੀਂ ਹੁੰਦਾ ਹੈ। ਗੁਰਮੁਖ ਜਾਤਾ ਤੁਧ ਸਾ ਲਾਹੀ, ਹੇ ਪਰਮਾਤਮਾ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਇਹ ਜਾਣ ਕੇ ਤੈਨੂੰ ਹੀ ਸਲਾਹੁਣਾ ਕੀਤਾ ਹੈ। ਨਾਨਕ ਨਾਮ ਰਤੇ ਬੈਰਾਗੀ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ ਜੋ ਤੇਰੇ ਨਾਮ ਰੰਗ ਚ ਰੰਗੇ ਹੋਏ ਨੇ ਉਹ ਪੂਰਨ ਵੈਰਾਗਵਾਨ ਪੁਰਸ਼ ਹਨ। ਨਿਜ ਘਰ ਤਾੜੀ ਲਾਈ ਹੈ, ਅਤੇ ਉਹਨਾਂ ਨੇ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਸਮਾਧੀ ਲਾਈ ਹੈ। ਮਾਰੂ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ
ਸ਼ੁਭ ਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਆਦ ਜੁਗਾਦੀ ਅਪਰ ਅਪਾਰੇ ਜੋ ਮੁੱਢ ਸਰੂਪ ਜੁਗਾਂਤਕਾਂ ਦੀ ਮਰਯਾਦਾ ਬੰਨਣ ਤੋਂ ਪਹਿਲਾਂ ਵੀ ਵਿਆਪਕ ਸੀ, ਪ੍ਰਕਿਰਤੀ ਉਰੇ ਹੈ ਔਰ ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਆਦ ਨਿਰੰਜਨ ਖਸਮ ਹਮਾਰੇ ਸਾਰੇ ਜਗਤ ਦਾ ਮੁੱਢ ਸਰੂਪ ਮਾਇਆ ਕਾਲਕ ਤੋਂ ਰਹਿਤ ਪਰਮਾਤਮਾ ਹੀ ਸਾਡੇ ਜਨਮ ਦਾ ਮਾਲਕ ਹੈ। ਸਾਚ ਜੋਗ ਜੁਗਤ ਵਿਚਾਰੀ ਜਿਸ ਨੇ ਸੱਚੇ ਪਰਮੇਸ਼ਰ ਵਿੱਚ ਜੁੜਨ ਦੀ ਜੋ ਜੁਗਤੀ ਨੂੰ ਗੁਰਾਂ ਦੁਆਰਾ ਵਿਚਾਰਨਾ ਕੀਤਾ ਹੈ, ਸਾਚੇ ਤਾੜੀ ਲਾਈ ਹੈ। ਉਸ ਨੇ ਹੀ ਸੱਚੇ ਪਰਮੇਸ਼ਰ ਵਿੱਚ ਸਮਾਧੀ ਲਾਈ ਹੈ। ਕੇ ਤੜਿਆ ਜੁਗ ਧੰਦੂਕਾਰ ਸੰਸਾਰ ਰਚਨਾ ਤੋਂ ਪਹਿਲਾਂ ਕਈ ਯੁੱਗ ਅੰਧਕਾਰ ਹੀ ਵਿਆਪ ਰਿਹਾ ਸੀ। ਤਾੜੀ ਲਾਈ ਸਿਰਜਨਹਾਰ ਉਸ ਸਮੇਂ ਰਚਨਹਾਰ ਪਰਮਾਤਮਾ ਨੇ ਸਮਾਧੀ ਲਾਈ ਹੋਈ ਸੀ। ਸੱਚ ਨਾਮ ਸੱਚੀ ਵਡਿਆਈ ਉਸ ਪ੍ਰਭੂ ਦਾ ਨਾਮ ਸੱਚਾ ਹੈ, ਵਡਿਆਈ ਵੀ ਸੱਚੀ ਹੈ। ਸੱਚ ਤਖਤ ਵਡਾਈ ਹੈ। ਸੱਚੇ ਦਾ ਨਾਮ ਜਪ ਕੇ ਸਰੂਪ ਰੂਪੀ ਤਖਤ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਸਤ ਜੁਗ ਸਤ ਸੰਤੋਖ ਸਨੀਰਾ ਜਦੋਂ ਯੁੱਗਾਂ ਦੀ ਮਰਯਾਦਾ ਬੰਨੀ, ਉਸ ਵੇਲੇ ਸਤਯੁਗ ਵਿੱਚ ਸਤ ਪ੍ਰਤਗੀ ਅਤੇ ਸੰਦੋਖ ਵਾਲੇ ਸਰੀਰਧਾਰੀ ਜੀਵ ਹੋਏ ਸਨ। ਭਾਵ ਸਭ ਜੀਵਾਂ ਦੇ ਵਿੱਚ ਸਤ ਅਤੇ ਸੰਦੋਖ ਸੀਗਾ। ਸਤ ਸਤ ਵਰਤੈ ਗਹਿਰ ਗੰਭੀਰਾ ਜੋ ਸਮੇਂ ਗਹਿਰ ਨਿਰਹਲ ਅਤੇ ਗੰਭੀਰਾ ਡੂੰਘਾ ਹਰੇ ਸੱਚ ਹੀ ਸੱਚ ਵਰਤਾਉਂਦਾ ਸੀ, ਜਾਂ ਨਿਸ਼ਚੈ ਕਰਕੇ ਸਤ ਸਰੂਪ ਹੀ ਵਰਤਦਾ ਸੀ। ਸੱਚ ਸੱਚਾ ਸਾਹਿਬ ਸੱਚ ਪਰਖੈ ਉਹ ਸੱਚਾ ਮਾਲਕ ਪਰਮਾਤਮਾ ਸਤਯੁਗ ਦੇ ਅੰਦਰ ਵੀ ਸੱਚ ਦੀ ਪਰਖ ਕਰਦਾ ਸੀ। ਸਾਚੈ ਹੁਕਮ ਚਲਾਈ ਹੈ। ਸਾਚਾ ਹੁਕਮ ਚਲਾਈ ਹੈ। ਸੱਚੇ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਦੇ ਵਿੱਚ ਹੀ ਚਲਾਈ ਹੈ। ਸਤ ਸੰਤੋਖੀ ਸਤਿਗੁਰ ਪੂਰਾ ਸਤਯੁਗ ਦੇ ਵਿੱਚ ਪੂਰਨ ਸਤਿਗੁਰੂ ਸਤ ਸੰਦੋਖ ਦੇਣ ਵਾਲਾ ਅਸੀਂ। ਗੁਰ ਕਾ ਸ਼ਬਦ ਮੰਨੇ ਸੋ ਸੂਰਾ ਜੋ ਗੁਰੂ ਦਾ ਉਪਦੇਸ਼ ਮੰਨਦਾ ਸੀ, ਉਹ ਵਿਕਾਰਾਂ ਨੂੰ ਨਾਸ਼ ਕਰਨ ਵਾਲਾ ਸੂਰਮਾ ਸੀ, ਜਾਂ ਸੂਰਾ ਸੂਰਜ ਵਾਂਗ ਅਗਿਆਨ ਦਾ ਹਨੇਰਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਸੀ। ਸਾਚੀ ਦਰਗਾਹ ਸਾਚ ਨਿਵਾਸਾ ਸੱਚੀ ਦਰਗਾਹ ਵਿੱਚ ਸੱਚੇ ਨਾਮ ਦੇ ਜਪਣ ਕਰਕੇ ਹੀ ਵਸਣਾ ਹੁੰਦਾ ਸੀ। ਮਨ ਹੁਕਮ ਰਜਾਈ ਹੈ। ਪਰ ਨਾਮ ਉਸ ਨੂੰ ਮਿਲਦਾ ਸੀ ਜੋ ਆਗਿਆ ਕਰਨ ਵਾਲੇ ਪ੍ਰਭੂ ਦਾ ਹੁਕਮ ਮੰਨਦਾ ਸੀ। ਸਤ ਜੁਗ ਸਾਚ ਕਹੈ ਸਭ ਕੋਈ ਸਤਯੁਗ ਦੇ ਵਿੱਚ ਸਭ ਕੋਈ ਸੱਚ ਹੀ ਕਥਨ ਕਰਦੇ ਸਨ। ਵਾ ਸੱਚ ਵਰਤੈ ਸਾਚਾ ਸੋਈ ਨਿਸ਼ਚੈ ਕਰਕੇ ਉਹ ਸੱਚਾ ਪ੍ਰਭੂ ਹੀ ਸਾਰੇ ਵਰਤਦਾ ਸੀ, ਸਭਨਾਂ ਦੇ ਹਿਰਦੇ ਵਿੱਚ ਵਰਤਦਾ ਸੀ। ਉਹ ਸੱਚੇ ਦਾ ਹੀ ਰੂਪ ਹੋ ਜਾਂਦੇ ਸਨ। ਮਨ ਮੁਖ ਸਾਚ ਪਰਮ ਪਉ ਭੰਜਨ ਮਨ ਤੇ ਮੁਖ ਵੱਖਰਾ ਵੱਖਰਾ ਪਾਠ। ਜੋ ਮਨ ਹਿਰਦੇ ਤੇ ਮੁਖ ਮੂੰਹ ਭਾਵ ਰਸਨਾ ਕਰਕੇ ਸੱਚੇ ਨਾਮ ਨੂੰ ਜਪਨਾ ਕਰਦੇ ਸਨ, ਉਹਨਾਂ ਦੇ ਭਰਮ ਅਤੇ ਭਾਉ ਡਰ ਨੂੰ ਪਰਮੇਸ਼ਰ ਨੇ ਨਾਸ਼ ਕੀਤਾ ਸੀ। ਗੁਰਮੁਖ ਸਾਚ ਸਿਖਾਈ ਹੈ। ਸੋ ਜਿਹੜੇ ਗੁਰਮੁਖ ਨੇ ਉਹ ਗੁਰਮੁਖ ਜਨਾਂ ਨੇ ਨਿਸ਼ਚੈ ਕੀਤਾ ਕਿ ਸਤਿਯੁਗ ਦੇ ਵਿੱਚ ਵੀ ਸੱਚਾ ਪਰਮਾਤਮਾ ਹੀ
ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ। ਅਤੇ ਜੋ ਤ੍ਰੇਤਾ ਦੁਆਪਰ ਅਤੇ ਕਲਯੁਗ ਇਹਦੇ ਵਿੱਚ ਵੀ ਉਹੀ ਪ੍ਰਮਾਤਮਾ ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ। ਤ੍ਰੇਤਾ ਧਰਮ ਕਲਾ ਇੱਕ ਚੁਕੀ, ਤ੍ਰੇਤੇ ਯੁੱਗ ਦੇ ਵਿੱਚ ਧਰਮ ਦੀ ਇੱਕ ਸ਼ਕਤੀ ਮੁੱਕ ਗਈ। ਤੀਨ ਚਰਨ ਇੱਕ ਦੁਬਧਾ ਸੁਕੀ, ਧਰਮ ਰੂਪੀ ਧੌਲੇ ਸਤ ਸੌਚ ਤਪ ਦਾਨ ਰੂਪ ਚੌਹਾਂ ਪੈਰਾਂ ਵਿੱਚੋਂ ਸੱਤ ਘਟ ਗਿਆ ਹੈ ਅਤੇ ਤਿੰਨ ਸੌਚ ਤਪ ਅਤੇ ਦਾਨ ਇਹ ਪੈਰ ਰਹਿ ਗਏ ਨੇ ਧਰਮ ਰੂਪੀ ਧੌਲੇ ਦੇ। ਅਤੇ ਇੱਕ ਦੁਬਧਾ ਦਵੈਤ ਆ ਕੇ ਸੁੱਕਣ ਲੱਗ ਪਈ, ਭਾਵ ਦਵੈਤ ਪ੍ਰਬਲ ਹੋ ਗਈ। ਜਾਂ ਇੱਕ ਦੁਬਧਾ ਕਰਕੇ ਸ੍ਰਿਸ਼ਟੀ ਸ਼ੁਭ ਗੁਣਾਂ ਵੱਲੋਂ ਸੁੱਕਣ ਲੱਗ ਪਈ ਹੈ। ਗੁਰਮੁਖ ਹੋਵੈ ਸੋ ਸਾਚ ਵਖਾਣੈ, ਤ੍ਰੇਤੇ ਯੁੱਗ ਵਿੱਚ ਵੀ ਜੋ ਗੁਰਮੁਖ ਜਨ ਹੁੰਦੇ ਸਨ ਉਹ ਸੱਚਾ ਨਾਮ ਜਾਂ ਸੱਚ ਦਾ ਕਥਨ ਕਰਦੇ ਸਨ। ਅਤੇ ਮਨਮੁਖ ਪਚੈ ਵਾਈ ਹੈ, ਮਨਮੁਖ ਜੀਵ ਅਵੈੜ ਪੁਣੇ ਵਿੱਚ ਨਿਸਫਲ ਹੀ ਸੜਦੇ ਰਹਿੰਦੇ ਸਨ। ਮਨਮੁਖ ਕਦੇ ਨ ਦਰਗਹ ਸੀਜੈ, ਮਨਮੁਖ ਪੁਰਸ਼ ਕਦੇ ਵੀ ਪ੍ਰਭੂ ਦੀ ਨਿਆਈ ਸਭਾ ਵਿੱਚ ਛੁੱਟ ਨਹੀਂ ਸਕਦਾ। ਬਿਨ ਸ਼ਬਦ ਕਿਉ ਅੰਤਰ ਰੀਜੈ, ਕਿਉਂਕਿ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਿਨਾਂ ਉਸ ਦਾ ਹਿਰਦਾ ਕਿਵੇਂ ਪ੍ਰਸੰਨ ਹੋ ਸਕਦਾ, ਭਾਵ ਨਹੀਂ ਹੋ ਸਕਦਾ। ਬਿਨ ਬਾਧੇ ਆਵੈ ਬਾਧੇ ਜਾਵਹਿ, ਮਨਮੁਖ ਜੀਵ ਤਾਂ ਹੰਗਤਾ ਮਮਤਾ ਆਦਿਕ ਕਰਮਾਂ ਦੇ ਬੰਨੇ ਹੋਏ ਸੰਸਾਰ ਦੇ ਵਿੱਚ ਆਉਂਦੇ ਨੇ ਅਤੇ ਔਗਣਾਂ ਦੇ ਬੰਨੇ ਹੋਏ ਪਰਲੋਕ ਨੂੰ ਚਲੇ ਜਾਂਦੇ ਹਨ। ਸੋਜੀ ਬੂਝਾ ਨਾ ਕਾਈ ਹੈ, ਉਹਨਾਂ ਨੂੰ ਇਸ ਲੋਕ ਦੀ ਕੋਈ ਸਮਝ ਨਹੀਂ ਹੈ ਅਤੇ ਪਰਲੋਕ ਦੀ ਵੀ ਕੋਈ ਗਿਆਤ ਨਹੀਂ ਹੈ। ਜਾਂ ਇਸੇ ਪ੍ਰਕਾਰ ਸੋਜੀ ਬੂਝਾ ਨਾ ਕਾਈ ਹੈ, ਤਾਤਪਦ ਦੇ ਲੱਖਰਤ ਦੀ ਕੋਈ ਸੋਝੀ ਨਹੀਂ ਹੈ ਅਤੇ ਤੁੰਗਬਦ ਦੇ ਲੱਖਰਤ ਦੀ ਵੀ ਕੋਈ ਬੂਝ ਨਹੀਂ ਹੈ। ਦਇਆ ਦੁਆਪਰ ਅੱਧੀ ਹੋਈ, ਦੁਆਪਰ ਯੁੱਗ ਵਿੱਚ ਦਇਆ ਅੱਧੀ ਹੋ ਗਈ, ਭਾਵ ਦਇਆ ਤੋਂ ਪੈਦਾ ਹੋਣ ਵਾਲਾ ਧਰਮ ਆਪਣੇ ਚਾਰ ਚਰਨਾਂ ਵਿੱਚੋਂ ਦੋ ਪਰੇ ਅਸਥਿਤ ਰਹਿ ਗਿਆ, ਅਰਥਾਤ ਸਤ ਅਤੇ ਸੌਚ ਇਹ ਦੋਵੇਂ ਚਲੇ ਗਏ। ਤਪ ਅਤੇ ਦਾਨ ਇਹ ਦੋਵੇਂ ਰਹਿ ਗਏ ਸਨ। ਗੁਰਮੁਖ ਵਿਰਲਾ ਚੀਨੈ ਕੋਈ, ਦੁਆਪਰ ਵਿੱਚ ਵੀ ਕੋਈ ਟਾਮਨ ਟਾਮਾ ਗੁਰਮੁਖ ਜਨ ਹੀ ਗੁਰਾਂ ਦੁਆਰਾ ਪਰਮੇਸ਼ਰ ਨੂੰ ਜਾਣਦਾ ਸੀ। ਦੋਇ ਪਗ ਧਰਮ ਧਰੇ ਧਰਣੀ ਤਾਰ, ਦੁਆਪਰ ਯੁੱਗ ਵਿੱਚ ਧਰਤੀ ਦੇ ਆਸਰੇ ਪਰਮੇਸ਼ਰ ਨੇ ਧਰਮ ਰੂਪੀ ਧੌਲੇ ਦੇ ਦੋ ਚਰਨ ਤਪ ਅਤੇ ਦਾਨ ਰੱਖਣਾ ਕੀਤੇ ਸਨ। ਗੁਰਮੁਖ ਸਾਚ ਤੇ ਥਾਈ ਹੈ, ਪਰ ਗੁਰਮੁਖ ਜਨ ਦੁਆਪਰ ਵਿੱਚ ਵੀ ਉੱਥੇ ਹੀ ਸੱਚ ਸਰੂਪ ਦੇ ਵਿੱਚ ਜੁੜੇ ਰਹਿੰਦੇ ਸਨ। ਰਾਜੇ ਧਰਮ ਕਰਹਿ ਪਰਥਾਏ, ਦੁਆਪਰ ਯੁੱਗ ਅੰਦਰ ਰਾਜੇ ਲੋਕ ਕਿਸੇ ਕਾਮਨਾ ਦੇ ਸਬਬ ਕਰਕੇ ਜਾਂ ਪਰ ਥਾਏ ਪਰਾਏ ਭਾਵ ਸਵਰਗ ਆਦਿਕ ਦੀ ਥਾਂ ਵਿੱਚ ਵਸਣ ਲਈ ਧਰਮ ਕਰਦੇ ਸਨ। ਆਸਾ ਬੰਦੇ ਦਾਨ ਕਰਾਏ, ਇੱਛਾਵਾਂ ਦੇ ਬੰਨੇ ਹੋਏ ਹੀ ਦਾਨ ਕਰਦੇ ਕਰਾਉਂਦੇ ਸਨ। ਰਾਮ ਨਾਮ ਬਿਨ ਮੁਕਤ ਨ ਹੋਈ, ਸਾਰੇ ਲੋਕ ਸਕਾਮ ਕਰਮਾਂ ਧਰਮਾਂ ਨੂੰ ਕਮਾਉਂਦੇ ਹੋਏ ਪਾਤਸ਼ਾਹ ਜੀ ਕਹਿੰਦੇ ਥਾਕੇ ਕਰਮ ਕਮਾਈ ਹੈ, ਕਰਮ ਕਮਾਉਂਦੇ ਥੱਕ ਗਏ ਹਨ, ਪਰੰਤੂ ਰਾਮ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਦੀ ਵੀ ਮੁਕਤੀ ਨਾ ਹੋਈ। ਬਿਨ ਹਰ ਮੁਕਤ
ਬਿਨ ਹਰ ਭਗਤ ਨਾ ਮੁਕਤ ਹੋਏ, ਇਹੋ ਕਹਿ ਰਮੇ ਕਬੀਰ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਗੰਗਾ ਤੀਰ ਜੋ ਘਰ ਕਰਹਿ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਭਾਵੇਂ ਗੰਗਾ ਦੇ ਕਿਨਾਰੇ 'ਤੇ ਘਰ ਬਣਾ ਲਓ ਅਤੇ ਰੋਜ਼ ਗੰਗਾ ਜਲ 'ਚ ਹੀ ਇਸ਼ਨਾਨ ਕਰੋ, ਗੰਗਾ ਜਲ ਹੀ ਛਕੋ, ਪਰ ਜੇ ਰਾਮ ਦਾ ਨਾਮ ਨਹੀਂ ਜਪਦਾ, ਨਿਰਾ ਗੰਗਾ ਜਲ ਨੇ ਤਾਂ ਮੁਕਤ ਨਹੀਂ ਕਰਨਾ ਹੈ। ਬਿਨ ਨਾਮ ਹਰ ਕੇ ਮੁਕਤ ਨਾਹੀ, ਕਹੈ ਨਾਨਕ ਦਾਸ। ਮਹਾਰਾਜ ਵੀ ਕਹਿੰਦੇ ਕਿ ਹਰੀ ਦੇ ਨਾਮ ਤੋਂ ਬਗੈਰ ਜਿੱਥੇ ਮਰਜ਼ੀ ਭੱਜ ਲਓ, ਜੋ ਮਰਜ਼ੀ ਕਰ ਲਓ, ਮੁਕਤੀ ਨਹੀਂ ਜੇ ਮਿਲਣੀ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਤੁਹਾਨੂੰ ਵਾਹਿਗੁਰੂ ਕਹਿਣਾ ਹੀ ਪਏਗਾ, ਸੁਖਮਨੀ ਸਾਹਿਬ ਦਾ ਪਾਠ ਕਰਨਾ ਹੀ ਪਏਗਾ, ਕੁਛ ਨਾ ਕੁਛ ਕਰੋਗੇ ਤਾਂ ਮੁਕਤ ਹੋਵੋਗੇ, ਇਸ ਤਰ੍ਹਾਂ ਮੁਕਤੀ ਨਹੀਂ ਮਿਲਣੀ ਹੈ। ਕਰਮ ਧਰਮ ਕਰ ਮੁਕਤ ਮੰਗਾਹੀ। ਲੋਕ ਪੈਸੇ ਵਾਲੇ ਨੇ, ਜੇ ਕਿਤੇ ਰੱਬ ਕਿਤੇ ਕੋਠੀ ਕਾਠੀ 'ਚ ਰਹਿੰਦਾ ਹੁੰਦਾ ਤੇ ਲੋਕਾਂ ਨੇ ਪੈਸੇ ਦੇ ਕੇ ਹੀ ਉਹਨੂੰ ਚੁੱਕ ਕੇ ਲੈ ਜਾਣਾ ਸੀਗਾ, ਮਾਫ ਕਰਨਾ, ਖਰੀਦ ਕੇ ਆਪਦੇ ਘਰ ਹੀ ਉਹਨਾਂ ਰੱਖ ਲੈਣਾ ਸੀਗਾ। ਦੁਨੀਆ ਕੋਲ ਇੰਨੀ ਮਾਇਆ ਹੈ, ਪਰ ਉਹ ਰੱਬ ਕਿਤੇ ਲੱਭਦਾ ਨਹੀਂ ਹੈ, ਕਿਸੇ ਨੂੰ ਦਿਖਦਾ ਨਹੀਂ ਹੈ, ਤਾਂ ਉਹਦਾ ਬਚਾਅ ਹੈ। ਅਤੇ ਲੋਕ ਸੋਚਦੇ ਨੇ ਵੀ ਦਾਨ ਪੁੰਨ ਕਰੀ ਜਾਓ, ਕਰਮ ਧਰਮ ਕਰੀ ਜਾਓ, ਅਤੇ ਇਹ ਕਰਮਾਂ ਧਰਮਾਂ ਦੇ ਕਰਨ ਤੋਂ ਬਾਅਦ ਹੀ ਸਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਫਿਰ ਉਹ ਮੁਕਤ ਮੰਗਦੇ ਨੇ, ਕਰਮ ਯੱਗ ਆਦਿਕ ਧਰਮਾਂ ਨੂੰ ਕਰਕੇ ਉਹ ਮੁਕਤੀ ਮੰਗਦੇ ਸਨ। ਮੁਕਤ ਪਦਾਰਥਾ ਸ਼ਬਦ ਸਲਾਹੀ। ਪਰ ਇਹ ਮੁਕਤੀ ਰੂਪ ਪਦਾਰਥ ਜਿਹੜੀ ਵਸਤੂ ਹੈ, ਦੁਆਪਰ ਯੁੱਗ ਅੰਦਰ ਵੀ ਗੁਰੂ ਉਪਦੇਸ਼ ਨੂੰ ਸਲਾਹੁਣ ਕਰਕੇ ਹੀ ਮਿਲਦੀ ਸੀਗੀ। ਮਤਲਬ ਨਾਮ ਤੋਂ ਬਗੈਰ ਤਾਂ ਕਿਸੇ ਯੁੱਗ ਦੇ ਵਿੱਚ ਵੀ ਮੁਕਤੀ ਨਹੀਂ ਸੀ। ਬੈਨ ਗੁਰ ਸ਼ਬਦਾ ਮੁਕਤ ਨ ਹੋਈ। ਚੌਂ ਯੁੱਗਾਂ ਦੇ ਅੰਦਰ ਹੀ ਹੁਣ ਵੀ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪਰ ਬੰਚਾ ਕਰ ਭਰਮਾਈ ਹੈ। ਜਿਸ ਕਰਕੇ ਜੀਵ ਸੰਸਾਰ 'ਚ ਫਸ ਕੇ ਭਰਮਦੇ ਰਹਿੰਦੇ ਨੇ ਜਾਂ ਛਲ ਕਰਕੇ ਭਰਮਾਏ ਜਾ ਰਹੇ ਹਨ। ਸਤਿਯੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ, ਤੀਨੋਂ ਜੋਗ ਤੀਨੋਂ ਦ੍ਰਿੜ, ਕਲ ਕੇਵਲ ਨਾਮ ਆਧਾਰ। ਇਹ ਪੰਕਤੀਆਂ ਦੇ ਅਰਥ ਆਪਾਂ ਇੰਝ ਸਮਝਦੇ ਹਾਂ ਕਿ ਸਤਿਯੁਗ ਵਿੱਚ ਸੱਤ ਬੋਲਣ ਦੀ ਮਰਜ਼ਾਦਾ ਸੀ, ਤ੍ਰੇਤੇ ਦੇ ਵਿੱਚ ਜੱਗ ਕਰਨ ਦੀ ਮਰਜ਼ਾਦਾ ਸੀ, ਦੁਆਪਰ ਦੇ ਵਿੱਚ ਸ੍ਰੇਸ਼ਟ ਪੂਜਾ ਕੀਤੀ ਜਾਂਦੀ ਸੀ, ਪਰ ਹੁਣ ਕਲਯੁਗ ਦੇ ਵਿੱਚ ਕੋਈ ਕਰਮ ਧਰਮ ਸਾਧਨ ਕਾਰਗਰ ਨਹੀਂ। ਹੁਣ ਤਾਂ ਕੇਵਲ ਵਾਹਿਗੁਰੂ ਨਾਮ ਜਪਣ ਜਪਾਉਣ ਦਾ ਹੀ ਆਸਰਾ ਹੈ, ਇਸ ਤੋਂ ਬਗੈਰ ਮੁਕਤੀ ਨਹੀਂ। ਅਸਲ ਦੇ ਵਿੱਚ ਚੌਂ ਹੀ ਯੁੱਗਾਂ ਦੇ ਵਿੱਚ ਗੁਰੂ ਦੇ ਉਪਦੇਸ਼ ਦੀ ਵਡਿਆਈ ਸੀ। ਮਹਾਰਾਜ ਨੇ ਇਹੀ ਸਾਨੂੰ ਸਮਝਾਉਣ ਦੀ ਖੇਚਲ ਕੀਤੀ ਹੈ ਕਿ ਸਾਨੂੰ ਸਮਝ ਆ ਜਾਏ। ਇਹ ਜਿਹੜੇ ਸੱਚ ਬੋਲਣਾ ਜਾਂ ਜੱਗ ਕਰਨਾ ਜਾਂ ਪੂਜਾ ਤੇ ਕਰਨੀ ਆ, ਇਹ ਤਾਂ ਜੀਵਾਂ ਦੇ ਵਿੱਚ ਬਲ ਬਹੁਤਾ ਸੀਗਾ, ਇਸ ਕਰਕੇ ਪ੍ਰਮਾਤਮਾ ਨੇ ਪੈਸਾ ਸੀਗਾ, ਬਲ ਸੀਗਾ, ਆਖਿਆ ਕਿ ਯੱਗ ਕਰੋ ਜਾਂ ਪੂਜਾ ਕਰੋ ਅਤੇ ਨਾਲ ਨਾਮ ਵੀ ਜਪੋ। ਜਿਵੇਂ ਬਾਣੀ ਦੇ ਵਿੱਚ ਬਚਨ ਆਉਂਦਾ ਕਿ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ। ਨਾਰਦ ਆਪ ਵੀਣਾ ਲੈ ਕੇ ਪ੍ਰੇਮਾ ਭਗਤੀ ਕਰਦਾ ਰਹਿੰਦਾ ਹਮੇਸ਼ਾ ਹੀ, ਅਤੇ ਪਰ ਜਿਹੜੇ ਹਿੰਦੂ ਨੇ ਉਹਨਾਂ ਨੂੰ ਆਖਿਆ ਵੀ ਮੂਰਤੀਆਂ ਬਣਾ ਕੇ ਪੂਜਾ ਕਰੋ। ਕਿਉਂ? ਉਪਦੇਸ਼ ਦਾ ਨਾਰਦ ਨੇ ਭਗਤੀ ਦਾ ਹੀ ਦਿੱਤਾ ਵੀ ਭਗਤੀ ਕਰੋ। ਹੁਣ ਮੇਰੇ ਵਰਗੇ ਇਹ ਸੋਚਦੇ ਨੇ ਵੀ ਵਿਹਲੇ ਬੈਠੇ ਮਾਲਾ ਫੇਰਦੇ ਰਹੋ, ਦੱਸੋ ਇਹ ਵੀ ਕੋਈ ਕੰਮਾਂ ਜੋ ਕੰਮ ਹੈ? ਬਾਬਾ ਜੀ ਕੋਈ ਕੰਮ ਦੱਸੋ, ਕੋਈ ਸੇਵਾ ਦੱਸੋ। ਤਾਂ ਇਸ ਵਾਸਤੇ ਗੁਟਕਾ ਫੜ ਕੇ ਹੁਣ 24 ਘੰਟੇ ਬੰਦਾ ਪਾਠ ਕਿਹੜਾ ਕਰ ਸਕਦਾ ਦੱਸੋ?
ਨਾਮ ਜਪਣਾ ਬੜਾ ਔਖਾ। ਆਪਾਂ ਮੱਖਣ ਖਾ ਰਹੇ ਹਾਂ, ਮਲਾਈ ਖਾ ਰਹੇ ਹਾਂ, ਕਿੰਨੀ ਕੁ ਖਾ ਸਕਦੇ ਹਾਂ ਦੱਸੋ? ਦੇਸੀ ਘਿਓ ਨਿਰਾ ਹੀ ਖਾ ਰਹੇ ਹਾਂ, ਪਿਓਰ ਦੇਸੀ ਘੀ। ਜਿਹੜੀ ਗੁਰਬਾਣੀ ਦੀ ਕਥਾ ਹੈ ਇਹ ਮੱਖਣ ਮਲਾਈ ਅਤੇ ਦੇਸੀ ਘਿਓ ਦੀ ਤਰ੍ਹਾਂ ਹੈ। ਬਸ ਘੰਟੇ ਕੁ ਤੋਂ ਬਾਅਦ ਆਪਾਂ ਥੱਕ ਕੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਨਮਸਕਾਰ ਕਰ ਦਿਆਂਗੇ, ਮਹਾਰਾਜ ਇੰਨੀ ਸਾਡੀ ਹਾਜ਼ਰੀ ਪ੍ਰਵਾਨ ਕਰਨੀ। ਮਤਲਬ ਜਿਹੜਾ ਅਸਲੀ ਪਿਓਰ ਚੀਜ਼ ਹੈ ਉਹਨੂੰ ਬਹੁਤਾ ਨਹੀਂ ਖਾਧਾ ਜਾ ਸਕਦਾ। ਗੁੜ ਕਿੰਨਾ ਕੁ ਖਾ ਲਓਗੇ, ਆਖਰ ਤੁਹਾਡਾ ਮਨ ਭਰ ਜਾਊਗਾ। ਤੋ ਇਸੇ ਪ੍ਰਕਾਰ ਨਾਮ ਹੈ ਤਾਂ ਗੁੜ ਵਰਗਾ ਮਿੱਠਾ। ਜਿਹੜੀ ਮਹਾਰਾਜ ਦੀ ਬਾਣੀ ਹੈ ਤਾਂ ਇਹ ਮਿਸ਼ਰੀ ਦੀ ਤਰ੍ਹਾਂ, ਹੈ ਤਾਂ ਪਿਓਰ ਦੇਸੀ ਘਿਓ ਮੱਖਣ ਮਲਾਈ, ਅਤੇ ਪਰ ਇਹ ਆਪਾਂ ਅੱਠੇ ਪੈਰ ਨਹੀਂ ਜਪ ਸਕਦੇ, ਕਿਉਂਕਿ ਆਪਾਂ ਕਿਹੜਾ ਬ੍ਰਹਮ ਗਿਆਨੀ ਆ, ਆਪਾਂ ਕਿਹੜਾ ਭਗਤ ਆ। ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹਦੀ ਗੱਲ ਤਾਂ ਕੁਛ ਹੋਰ ਹੈ। ਅਸੀਂ ਤਾਂ ਕਲਯੁਗੀ ਗ੍ਰਸਤੀ ਜੀਵ ਆ। ਇਸ ਲਈ ਮਹਾਰਾਜ ਨੇ ਵੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਤੇ ਸਤਿਕਾਰ ਬਖਸ਼ਿਆ ਕਿ ਝਾੜੂ ਫੜੋ, ਬਹੁਤਾ ਨਹੀਂ ਤਾਂ ਕਬੂਤਰਾਂ ਦੇ ਖੰਭ ਹੀ ਚੁਗ ਦਿਓ। ਆਹ ਬਿੱਠਾਂ ਡਿੱਗੀਆਂ ਹੁੰਦੀਆਂ ਨੇ ਪਰਿਕਰਮਾ 'ਚ, ਇਹਨਾਂ ਨੂੰ ਸਾਫ਼ ਕਰ ਦਿਓ। ਜਿੰਨਾ ਕਿ ਤੁਹਾਡੇ ਕੋਲ ਟਾਈਮ ਹੈ ਥੋੜ੍ਹੀ ਬਹੁਤੀ ਸਫਾਈ ਕਰੋ। ਇਹ ਕੋਈ ਜ਼ਰੂਰੀ ਨਹੀਂ ਵੀ ਨਿਸ਼ਾਨ ਸਾਹਿਬ ਦੇ ਉੱਪਰ ਹੀ ਪਾਣੀ ਦੀ ਬਾਲਟੀ ਪਾਉਣ ਨਾਲ ਰੱਬ ਨੇ ਖੁਸ਼ ਹੋਣਾ। ਜਿੱਥੇ ਸੇਵਾ ਦੀ ਲੋੜ ਆ ਉੱਥੇ ਕਰੋ। ਉਹ ਮੇਰੇ ਵਰਗੇ ਆਉਂਦੇ ਨੇ 8 ਵਜੇ 10 ਵਜੇ, ਇਸ਼ਨਾਨ ਦਾ ਸਵੇਰੇ 2:30 3 ਵਜੇ ਹੀ ਹੋ ਜਾਂਦਾ। ਉਹ ਜਿਹੜਾ ਆਉਂਦਾ ਪਾਣੀ ਦੀ ਬਾਲਟੀ ਸੁੱਟ ਦਿੰਦਾ। ਇਹ ਨਹੀਂ ਵੇਖਦਾ ਵੀ ਸੰਗਤਾਂ ਪਰਿਕਰਮਾ ਕਰ ਰਹੀਆਂ ਨੇ, ਵਿਘਨ ਪਊਗਾ। ਉੱਥੇ ਤਾਂ ਇੰਨੀ ਸਫਾਈ ਆ, ਜਿੱਥੇ ਨਹੀਂ ਸਫਾਈ ਉੱਥੇ ਸਾਨੂੰ ਜ਼ਰੂਰਤ ਹੈ ਮਿੱਟੀ ਘੱਟਾ ਉਹਨੂੰ ਸਾਫ਼ ਕਰੀਏ। ਇਹ ਸੇਵਾ ਮਹਾਰਾਜ ਨੇ ਬਖਸ਼ੀ ਹੈ ਕਿ ਸਾਡਾ ਜੀਅ ਲੱਗ ਜਾਏ ਗੁਰੂ ਕੇ ਲੰਗਰ ਦੀ, ਗੁਰੂ ਕੀਆਂ ਇਮਾਰਤਾਂ ਦੀ। ਇਹਦੇ 'ਚ ਮਾਇਆ ਅਤੇ ਸਰੀਰ ਆਪਾਂ ਸਫਲ ਕਰ ਸਕਦੇ ਹਾਂ। ਪੁਰਾਣੇ ਯੁੱਗਾਂ ਦੇ ਵਿੱਚ ਵੀ ਲੋਕ ਬੜੇ ਤਗੜੇ ਹੁੰਦੇ ਸੀਗੇ, ਮਾਇਆ ਧਾਰੀ ਸੀਗੇ। ਇੰਡੀਆ ਨੂੰ ਸੋਨੇ ਦੀ ਚਿੜੀਆ ਕਰਕੇ ਮੰਨਿਆ ਜਾਂਦਾ ਸੀਗਾ। ਅਤੇ ਜਦ ਸੰਤਾਂ ਮਹਾਤਮਾ ਨੇ ਆਖਿਆ ਵੀ ਨਾਮ ਜਪੋ, ਕਹਿੰਦੇ ਇਹ ਵੀ ਕੋਈ ਕੰਮਾਂ 'ਚੋਂ ਕੰਮ ਹੈ, ਵਿਹਲੇ ਬੈਠੇ ਰਹੋ, ਕੋਈ ਕੰਮ ਤਾਂ ਹੋਣਾ ਚਾਹੀਦਾ। ਤਾਂ ਫਿਰ ਜੱਗ ਦਿੱਤਾ, ਤਪ ਦਿੱਤਾ, ਦਾਨ ਦਿੱਤਾ, ਪੂਜਾ ਦਿੱਤੀ ਕਿ ਸਰੀਰ ਦਾ ਬਲ ਵੀ ਸਫਲ ਹੋਵੇ ਅਤੇ ਮਾਇਆ ਵੀ ਸਫਲ ਹੋਏ। ਅਤੇ ਨਾਲ ਆਖਿਆ ਨਾਮ ਵੀ ਜਪੋ। ਉਹ ਮੇਰੇ ਵਰਗੇ ਨਾਮ ਜਪਣਾ ਤਾਂ ਗਏ ਭੁੱਲ, ਗਾਤਰਾ ਪਾ ਲਿਆ ਬਸ। ਵੀ ਪੰਜਾਂ ਪਿਆਰਿਆਂ ਨੇ ਆਖਿਆ ਸੀ ਗਾਤਰਾ ਨਹੀਂ ਲਾਉਣਾ। ਜਿੰਦਾਬਾਦ ਜਿੰਦਾਬਾਦ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਉਹ ਭਲਿਓ ਮਾਨਸੋ, ਪੰਜਾਂ ਪਿਆਰਿਆਂ ਨੇ ਵੀ ਆਖਿਆ ਸੀਗਾ ਵੀ ਨਿਰੇ ਉੱਚੇ ਦਮਾਲੇ ਜਾਂ ਗਾਤਰੇ ਸਜਾ ਕੇ ਬੰਦਾ ਖਾਲਸਾ ਨਹੀਂ ਬਣਦਾ। ਗੁਟਕਾ ਲੈ ਕੇ ਜਪਜੀ ਸਾਹਿਬ ਵੀ ਪੜ੍ਹੋ, ਜਾਪ ਸਾਹਿਬ ਦਾ ਵੀ ਪਾਠ ਮੂੰਹ ਜ਼ਬਾਨੀ ਯਾਦ ਕਰੋ, ਕੋਈ ਮਾਲਾ ਫੜੋ ਅਤੇ ਵਾਹਿਗੁਰੂ ਵਾਹਿਗੁਰੂ ਵੀ ਕਰੋ। ਪਖੰਡੀ ਗੁਰੂਆਂ ਨੂੰ ਆਪਾਂ ਮਾੜਾ ਤਾਂ ਬੋਲਦੇ ਹਾਂ, ਪਰ ਉਹਨਾਂ ਦੇ ਚੇਲੇ ਚਾਪਟੇ ਆਸਣ ਲਾ ਕੇ ਵੇਖੋ ਮਾਲਾ ਫੇਰਦੇ ਨੇ। ਸਾਨੂੰ ਚੇਤਾ ਹੀ ਭੁੱਲ ਗਿਆ ਵੀ ਉਹਨਾਂ ਨੇ ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਵੀ ਦ੍ਰਿੜ ਕਰਾਇਆ ਸੀ। ਬਾ ਜਿੰਦਾਬਾਦ ਅਤੇ ਜਿੰਦਾਬਾਦ, ਜਕਾਰੇ ਅਤੇ ਜਕਾਰਾ। ਸਤਿਗੁਰੂ ਰਹਿਮਤ ਕਰੇ। ਅਸਲੀ ਚੀਜ਼ ਤਾਂ ਅਸੀਂ ਭੁੱਲ ਗਏ ਅਤੇ ਮਰਿਆਦਾ ਨੂੰ ਮੁੱਖ ਰੱਖ ਲਿਆ ਵੀ ਬਾਣਾ ਹੈ ਜੀ, ਆਹ ਕਕਾਰਾਂ ਦੀ ਮਰਿਆਦਾ ਉਹ ਤਾਂ ਸਹੀ ਹੈ। ਅਤੇ ਪਰ ਨਾਲ ਨਾਮ ਜਪਣ ਬਾਰੇ ਵੀ ਮਹਾਰਾਜ ਨੇ ਆਖਿਆ ਹੈ, ਬਾਣੀ ਪੜ੍ਹਨ ਬਾਰੇ ਵੀ ਆਖਿਆ, ਜਿਹਦੇ ਨਾਲ ਭਗਤੀ ਕਰਨ ਤੋਂ ਮਨ ਨਿਮਰਤਾ ਚਾਹੁੰਦਾ ਹੈ। ਜੇ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠੋਗੇ, ਨਿਤਨੇਮ ਨਹੀਂ ਕਰੋਗੇ, ਤੁਹਾਨੂੰ ਆਪਣੇ ਆਪ 'ਤੇ ਗੁੱਸਾ ਚੜ੍ਹੀ ਜਾਊ, ਦੂਜੇ 'ਤੇ ਤਾਂ ਆਉਣਾ ਹੀ ਆਉਣਾ। ਤਾਂ ਇਸ ਲਈ ਜਿਹੜਾ ਬੰਦਗੀ ਨਹੀਂ ਕਰਦਾ ਉਹਦੇ ਮਨ ਵਿੱਚ ਵਿਕਾਰ ਹਾਵੀ ਹੋ ਜਾਂਦੇ ਨੇ। ਸੋ ਵਾਹਿਗੁਰੂ ਦੀ ਕਿਰਪਾ ਹਾਸਿਲ ਕਰਨ ਲਈ ਨਾਮ ਜਪਣਾ ਜ਼ਰੂਰੀ ਹੈ। ਪੁਰਾਣੇ ਯੁੱਗਾਂ 'ਚ ਵੀ ਜ਼ਰੂਰੀ ਸੀਗਾ, ਮੁਕਤੀ ਉਦੋਂ ਵੀ ਨਾਮ ਨਾਲ ਹੀ ਮਿਲਦੀ। ਹੁਣ ਤਾਂ ਬਿਲਕੁਲ ਪਿਓਰ ਨਾਮ ਜਪਣ ਨਾਲ ਹੀ ਮੁਕਤੀ ਹੋਣੀ। ਨਾ ਕੋਈ ਤਪ ਬੰਦਾ ਕਰ ਸਕਦਾ, ਚੌਂਕੜਾ ਨਹੀਂ ਮੱਚਦਾ। 2 ਮਿੰਟਾਂ ਬਾਅਦ ਸਾਨੂੰ ਲੱਤਾਂ ਹਿਲਾਉਣੀਆਂ ਪੈਂਦੀਆਂ ਨੇ, ਕੀ ਕਰੀਏ? ਉਹ ਸੂਈਆਂ ਜੀਆਂ ਲੜਨ ਲੱਗ ਪੈਂਦੀਆਂ ਅਤੇ ਕੀੜੀਆਂ ਚੁਭਣ ਲੱਗ ਪੈਂਦੀਆਂ ਨੇ, ਬੜਾ ਔਖਾ ਹੋ ਜਾਂਦਾ ਬਹਿਣਾ, ਗਿੱਟੇ ਘਸ ਜਾਂਦੇ ਨੇ, ਬੜੀ ਮੁਸ਼ਕਿਲ ਹੈ। ਗਰਮੀ ਨਹੀਂ ਸਾਰੀ ਜਾਂਦੀ, ਠੰਡ ਨਹੀਂ ਸਾਰੀ ਜਾਂਦੀ, ਕਿਉਂਕਿ ਸਰੀਰਾਂ ਦਾ ਬਲ ਘਟ ਗਿਆ, ਤੁਰਿਆ ਨਹੀਂ ਜਾਂਦਾ। ਹੁਣ ਬੰਦਾ ਸੇਵਾ ਕਰੇ ਤਾਂ ਕਰੇ ਕਿਵੇਂ?
ਆ ਲੋਕਡਾਊਨ ਦੇ ਵਿੱਚ ਤਾਂ ਆਪਦੀ ਰੋਟੀ ਲਈ ਲਾਲੇ ਪੈ ਗਏ, ਦੂਸਰੇ ਨੂੰ ਕੀ ਭਲਾ ਲੰਗਰ ਛਕਾਉਣਾ ਹੈ। ਪੈਸਾ ਹੀ ਨਹੀਂ ਹੈ ਤਾਂ ਉਹ ਦਾਨ ਕੀ ਕਰਨਾ। ਨਾ ਤਾਂ ਬਲ ਰਿਹਾ ਤਾਪ ਕਰਨ ਲਈ, ਅਤੇ ਨਾ ਹੀ ਸਾਡੇ ਕੋਲ ਪੈਸਾ ਰਿਹਾ ਕਿ ਅਸੀਂ ਦਾਨ ਕਰ ਸਕੀਏ। ਪਹਿਲਾਂ ਇਹ ਸੋਨੇ ਦੀ ਚਿੜੀਆ ਸੀਗੀ, ਹੁਣ ਤਾਂ ਪੰਜਾਬ ਹੀ ਲੋਕ ਵੇਚ ਕੇ ਖਾ ਗਏ। ਲੋਹੇ ਦੀ ਵੀ ਨਹੀਂ ਰਹਿਣ ਦਿੱਤੀ, ਮਿੱਟੀ ਦੀ ਵੀ ਸੀ, ਉਹ ਮਿੱਟੀ ਵੀ ਹੁਣ ਵੇਚਣ ਦੇ ਤੁਲੇ ਹੋਏ ਨੇ ਵੀ ਇੱਥੇ ਕੱਖ ਰਹਿ ਨਾ ਜਾਏ। ਰੱਬ ਹੀ ਕਿਰਪਾ ਕਰੇ ਤਾਂ ਇਹਦਾ ਬਚਾਅ ਹੋ ਸਕਦਾ, ਨਹੀਂ ਤਾਂ ਪੰਜਾਬ ਦਾ ਕੋਈ ਰਾਖਾ ਨਹੀਂ ਸਿਵਾਏ ਗੁਰੂਆਂ ਤੋਂ। ਸਤਿਗੁਰ ਰਹਿਮਤ ਕਰਨ। ਤੋ ਇਸ ਲਈ ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੋਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਇਹ ਚੌਂ ਯੁੱਗਾਂ ਦੀ ਮਰਜ਼ਾਦਾ ਗੁਰੂ ਜੀ ਨੇ ਦੱਸ ਕੇ ਅਤੇ ਨਾਮ ਦੀ ਵਡਿਆਈ ਕੀਤੀ ਹੈ। ਇਸ ਲਈ ਆਓ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਹੋ ਦਇਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਮਾਇਆ ਮਮਤਾ ਛੋਡੀ ਨਾ ਜਾਈ, ਮਾਇਆ ਦੀ ਮੇਰ ਜੀਵਨ ਪਾਸੋਂ ਛੱਡੀ ਨਹੀਂ ਜਾਂਦੀ ਹੈ। ਸੇ ਛੋਟੇ ਸੱਚ ਕਾਰ ਕਮਾਈ, ਜੋ ਸੱਚੇ ਨਾਮ ਦੀ ਕਾਰ ਸੇਵਾ ਨੂੰ ਕਮਾਉਂਦੇ ਨੇ ਉਹੀ ਸਭ ਸਮਿਆਂ ਵਿੱਚ ਛੁੱਟਦੇ ਹਨ। ਪੈਸਾ ਹੀ ਭਗਵਾਨ ਨਹੀਂ ਹੈ, ਪੈਸੇ ਤੋਂ ਇਲਾਵਾ ਸੇਵਾ ਸਿਮਰਨ ਵੀ ਇੱਕ ਜ਼ਿੰਦਗੀ ਦਾ ਦੂਸਰਾ ਨਾਮ ਹੈ। ਐਨਸ ਭਗਤ ਰਤੇ ਵਿਚਾਰੀ, ਜਿਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ ਵਿੱਚ ਰੰਗੇ ਹੋਏ ਨੇ ਉਹਨਾਂ ਦੀ ਠਾਕਰ ਸਿਉ ਬਣ ਆਈ ਹੈ। ਸੋ ਜਿਹਦਾ ਕੱਕੇ ਤੋਂ ਬਗੈਰ ਹੋਵੇ ਉਹ ਠਾਕਰ ਹੁੰਦਾ ਪੱਥਰ ਵਾਲਾ। ਇਹ ਕੱਕੇ ਦੇ ਔਂਕੜ ਵਾਲਾ ਠਾਕੁਰ ਜਿਹੜਾ ਮਾਲਕ ਪ੍ਰਭੂ ਦੇ ਨਾਲ ਉਹਨਾਂ ਦੀ ਬਾਣ ਆਉਂਦੀ ਹੈ। ਇੱਕ ਜਪ ਤਪ ਕਰ ਕਰ ਤੀਰਥ ਨਾ ਵਹੈ, ਇੱਕ ਸਕਾਮੀ ਲੋਕ ਦੇਵਤਿਆਂ ਦੇ ਮੰਤਰਾਂ ਦਾ ਜਾਪ ਸਰੀਰ ਕਰਕੇ ਕਰਦੇ, ਭੁੱਖੇ ਧਿਆਏ ਰਹਿਣ ਰੂਪ ਤਪੱਸਿਆ ਆਦਿ ਕਰਕੇ ਤੀਰਥਾਂ ਆਦਿਕ ਉੱਪਰ ਨਾਵੇ ਇਸ਼ਨਾਨ ਕਰਦੇ ਹਨ। ਜਿਉ ਤੁਧ ਪਾਵੈ ਤਿਵੈ ਚਲਾਵਹਿ, ਹੇ ਪ੍ਰਮਾਤਮਾ ਜਿਵੇਂ ਤੈਨੂੰ ਭਾਉਂਦਾ ਤੂੰ ਉਵੇਂ ਹੀ ਉਹਨਾਂ ਨੂੰ ਚਲਾਉਣਾ ਕਰਦਾ ਹੈ। ਅੱਠ ਨਿਗ੍ਰਹਿ ਅਪਤੀਜ ਨ ਭੀਜੈ, ਜਿੱਦ ਅਤੇ ਇੰਦਰੀਆਂ ਨੂੰ ਰੋਕਣ ਨਾਲ ਜਾਂ ਹੱਠ ਕਰਕੇ ਇੰਦਰੀਆਂ ਨੂੰ ਰੋਕਣ ਨਾਲ ਮਨ ਪਤੀਜਨਾਂ ਤੋਂ ਰਹਿਤ ਹੀ ਰਹਿੰਦਾ ਹੈ, ਜੋ ਕਦੇ ਵੀ ਭਿੱਜਦਾ ਨਹੀਂ ਹੈ। ਪਰਮੇਸ਼ਰ ਕਦੇ ਵੀ ਉਹਨਾਂ ਪਰ ਪਤੀਜਦਾ ਨਹੀਂ। ਇਸ ਪ੍ਰਕਾਰ ਬਿਨ ਹਾਰ ਗੁਰ ਕਿਨ ਪਤ ਪਾਈ ਹੈ। ਹਰੀ ਪਰਮੇਸ਼ਰ ਤੇ ਗੁਰੂ ਤੋਂ ਬਿਨਾਂ ਜਾਂ ਪਰਮੇਸ਼ਰ ਸਰੂਪ ਗੁਰਾਂ ਤੋਂ ਬਿਨਾਂ ਕਿਸ ਨੇ ਚੌਹਾਂ ਯੁੱਗਾਂ ਵਿੱਚ ਇੱਜ਼ਤ ਪਾਈ ਹੈ? ਦੱਸੋ ਤਾਂ ਸਹੀ, ਉਹਦਾ ਨਾਮ ਦੱਸੋ। ਭਾਵ ਕਿਸੇ ਨੇ ਵੀ ਇੱਜ਼ਤ ਨਹੀਂ ਪਾਈ। ਕਲੀ ਕਾਲ ਮਹਿ ਇੱਕ ਕਾਲ ਰਾਖੀ, ਹੁਣ ਇਸ ਕਲਯੁਗ ਦੇ ਸਮੇਂ ਵਿੱਚ ਪਰਮਾਤਮਾ ਨੇ ਧਰਮ ਰੂਪੀ ਧੌਲੇ ਦੀ ਇੱਕੋ ਹੀ ਦਾਨ ਰੂਪ ਸ਼ਕਤੀ ਰੱਖਣਾ ਕੀਤੀ ਹੈ। ਬਿਨ ਗੁਰ ਪੂਰੇ ਕਿਨ ਨ ਭਾਖੀ, ਪੂਰੇ ਗੁਰੂ ਤੋਂ ਬਿਨਾਂ ਇਹ ਸਿੱਖਿਆ ਕਿਸੇ ਨੇ ਵੀ ਉਚਾਰਨ ਨਹੀਂ ਕੀਤੇ। ਜਾਂ ਇਸੇ ਪ੍ਰਕਾਰ ਕਲੀ ਕਾਲ ਮਹਿ ਇੱਕ ਕਾਲ ਰਾਖੀ, ਕਲਯੁਗ ਦੇ ਸਮੇਂ ਵਿੱਚ ਇੱਕ ਪਰਮੇਸ਼ਰ ਨੇ ਇੱਕ ਪ੍ਰੇਮਾ ਭਗਤੀ ਵਿੱਚ ਸ਼ਕਤੀ ਰੱਖੀ ਹੋਈ ਹੈ। ਬਿਨ ਗੁਰ ਪੂਰੇ ਕਿਨ ਨ ਭਾਖੀ, ਜੋ ਵੀ ਭਗਤ ਭਗਤੀ ਕਰੇਗਾ ਉਸ ਨੂੰ ਧਰਮ ਦੇ ਪੈਰ ਪ੍ਰਾਪਤ ਹੋ ਜਾਣਗੇ। ਪਰੰਤੂ ਇਹ ਪ੍ਰੇਮਾ ਭਗਤੀ ਪੂਰਨ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵੀ ਉਚਾਰਨ ਕਰਕੇ ਨਹੀਂ ਦੱਸੀ ਹੈ। ਸਾਰੇ ਆਪੋ ਆਪਣੀ ਡੁਗਡੁਗੀ ਵਜਾਉਂਦੇ ਹਨ। ਮਨ ਮੁਖ ਕੂੜ ਵਰਤੈ ਵਰਤਾਰਾ, ਮਨਮੁਖ ਪੁਰਸ਼ ਝੂਠ ਦੇ ਵਰਤਾਰੇ ਵਿੱਚ ਹੀ ਵਰਤਦੇ ਰਹਿੰਦੇ ਹਨ। ਜਿਹੜੇ ਮਨਮੁਖ ਨੇ ਉਹ ਕਾਂ ਦੀ ਤਰ੍ਹਾਂ ਨੇ, ਉਹਨਾਂ ਦਾ ਸਤ ਸੰਗਤ ਰੂਪੀ ਮਾਨ ਸਰੋਵਰ 'ਤੇ ਦਿਲ ਹੀ ਨਹੀਂ ਲੱਗਦਾ। ਮਨਮੁਖ ਬਗਲੇ ਦੀ ਤਰ੍ਹਾਂ ਨੇ, ਉਹ ਛੱਪੜ ਦੇ ਕਿਨਾਰਿਆਂ ਦੇ ਡੱਡੀਆਂ ਮੱਛੀਆਂ ਚੂੰਡਦੇ ਨੇ, ਭਾਵ ਪਖੰਡ ਕਰਦੇ ਹਨ। ਜਿਹੜੇ ਗੁਰਮੁਖ ਨੇ ਉਹ ਹੰਸਾਂ ਦੀ ਤਰ੍ਹਾਂ
ਮਾਨ ਸਰੋਵਰ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਵੇ। ਉਹ ਨਾਮ ਦੇ ਹੀਰੇ ਤੇ ਸ਼ੁਭ ਗੁਣਾ ਰੂਪੀ ਮੋਤੀਆਂ ਦਾ ਚੋਗ ਚੁਗਦੇ ਹਨ। ਬਿਨ ਸਤਿਗੁਰ ਭਰਮ ਨ ਜਾਈ ਹੈ। ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕੀਤੀ ਤੋਂ ਬਿਨਾਂ ਕਿਸੇ ਦਾ ਵੀ ਭਰਮ ਨਹੀਂ ਜਾਂਦਾ, ਨਿਵਰਤ ਨਹੀਂ ਹੁੰਦਾ ਹੈ। ਸਤਿਗੁਰ ਵੇ ਪਰਵਾਹੋ ਸਿਰੰਦਾ। ਸਤਿਗੁਰੂ ਸਾਹਿਬ ਜੀ ਬੇਮੁਥਾਜ ਨੇ ਅਤੇ ਜਗਤ ਜਾਂ ਦੇਵੀ ਗੁਣਾਂ ਨੂੰ ਸਿਰਜਣ ਵਾਲੇ ਹਨ। ਨਾ ਜਮ ਕਾਣ ਨਾ ਛੰਦਾ ਬੰਦਾ। ਸਤਿਗੁਰੂ ਜੀ ਨੂੰ ਨਾ ਹੀ ਜਮਾਂ ਦੀ ਕੋਈ ਕਾਣ ਗਨੌੜ ਅਤੇ ਨਾ ਹੀ ਕਿਸੇ ਨਾਲ ਵਲਛਲ ਕਰਦੇ ਨੇ, ਜਾਂ ਸਤਿਗੁਰਾਂ ਨੂੰ ਕਿਸੇ ਮਨਮੁਖ ਬੰਦੇ ਦੀ ਮੁਸ਼ੰਦਗੀ ਵੀ ਨਹੀਂ ਹੈ। ਜੋ ਤਿਸ ਸੇਵੇ ਸੋ ਅਬਨਾਸੀ। ਜਿਹੜਾ ਤਿਸ ਗੁਰੂ ਦੀ ਸੇਵਾ ਟਹਿਲ ਕਰਦਾ ਹੈ ਉਹ ਨਾਸ਼ ਤੋਂ ਰਹਿਤ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ। ਨਾ ਤਿਸ ਕਾਲ ਸੰਤਾਈ ਹੈ। ਅਤੇ ਤਿਸ ਪੁਰਸ਼ ਨੂੰ ਜਮ ਕਾਲ ਵੀ ਸਤਾਉਂਦਾ ਨਹੀਂ ਹੈ। ਗੁਰ ਮਹਿ ਆਪ ਰਖਿਆ ਕਰ ਤਾਰੇ। ਸਤ ਚਿਤ ਆਨੰਦ ਅਤੇ ਰਚਨਹਾਰ ਪ੍ਰਭੂ ਨੇ ਆਪਣਾ ਗਿਆਨ ਸਰੂਪਾਨੰਦ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਵਿੱਚ ਰੱਖਣਾ ਕੀਤਾ ਹੈ। ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ ਲੇਹੇ। ਗੁਰਮੁਖ ਕੋਟ ਅਸੰਖ ਉਧਾਰੇ। ਮੁਖੀ ਗੁਰਾਂ ਨੇ ਗੁਰਮੁਖ ਬਣਾ ਕੇ ਬਾਣੀ ਪੜ੍ਹਾ ਕੇ ਸ਼ਬਦ ਦੀ ਕਥਾ ਸੁਣਾ ਕੇ ਕਰੋੜਾਂ ਅਤੇ ਅਣਗਿਣਤ ਜੀਵ ਹੀ ਸੰਸਾਰ ਸਮੁੰਦਰ ਤੋਂ ਪਹਿਲਾਂ ਤਾਰਨਾ ਕੀਤੇ ਨੇ, ਹੁਣ ਤਾਰ ਰਹੇ ਨੇ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਰਨਗੇ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਇੱਕ ਕਣੀ ਰੂਪ ਪ੍ਰਭੂ ਦਾ ਨਾਮ ਦੇ ਕੇ ਜਿਹੜੇ ਮੁਖੀ ਗੁਰੂ ਨੇ ਕਰੋੜਾਂ ਦਾ ਹੀ ਉਧਾਰ ਕਰ ਦਿੰਦੇ ਨੇ। ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਤੱਖ ਸਰਬ ਸਰੂਪ 'ਚ ਵੇਖੋ ਕਿੰਨੇ ਤਾਰੇ, ਦਸਾਂ ਪਾਤਸ਼ਾਹੀਆਂ ਦਾ ਰੂਪ ਧਾਰ ਕੇ ਕਿੰਨਿਆਂ ਦਾ ਉਧਾਰ ਕੀਤਾ। ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਦੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਹੈ, ਕਿੰਨੇ ਬਾਣੀ ਪੜ੍ਹ ਕੇ ਮੁਕਤ ਹੋ ਗਏ। 48 ਸਿੰਘਾਂ ਨੂੰ ਮਹਾਰਾਜ ਨੇ ਕਥਾ ਸੁਣਾਈ ਦਮਦਮਾ ਸਾਹਿਬ। ਉਹ ਦਿਹਾੜਾ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ, ਅਤੇ ਜਦੋਂ ਮਹਾਰਾਜ ਨੇ ਕਥਾ ਸੰਪੂਰਨ ਕੀਤੀ, ਸੰਪੂਰਨਤਾ ਦਿਵਸ ਦਮਦਮਾ ਸਾਹਿਬ ਮਨਾਇਆ ਜਾ ਰਿਹਾ ਟਕਸਾਲ ਦੇ ਸਮੂਹ ਸਿੰਘਾਂ ਮਹਾਂਪੁਰਖਾਂ ਮੁਖੀਆਂ ਵੱਲੋਂ ਅਤੇ ਸਾਧ ਸੰਗਤ ਜੀਓ। ਉਹ 48 ਦੇ 48 ਮਹਾਰਾਜ ਨੇ ਮੁਕਤ ਕਰ ਦਿੱਤੇ। ਉਹਨਾਂ ਤੋਂ ਅੱਗੇ ਕਿੰਨੇ ਮੁਕਤ ਹੋਏ ਕਥਨ ਕਹਿਣ ਕੋ ਸੋਝੀ ਨਾਹੀਂ, ਜੋ ਭਿਖੈ ਤਿਸ ਬਨਿ ਆਵੇ। ਇਉਂ ਬਾਣੀ ਦਾ ਇਹ ਪ੍ਰਤਾਪ ਹੈ। ਸਰਬ ਜੀਆਂ ਜਗ ਜੀਵਨ ਦਾਤਾ। ਇਹ ਜਿਹੜੀ ਬਾਣੀ ਹੈ, ਜਿਹੜਾ ਵੀ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਲੋਕ ਜਾਣੈ ਇਹੋ ਗੀਤ ਹੈ, ਇਹੋ ਤੋਂ ਬ੍ਰਹਮ ਵਿਚਾਰ। ਜਿਉਂ ਕਾਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ। ਜਿਹੜਾ ਵੀ ਇਸ ਨੂੰ ਪੜ੍ਹਦਾ ਹੈ, ਇਹਨੂੰ ਸੁਣਦਾ ਹੈ, ਜੋ ਕਥੈ ਸੁਣੇ ਹਰ ਕੀਰਤਨ, ਤਾਕੀ ਦੁਰਮਤ ਨਾਸ, ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ। ਇਹ ਬ੍ਰਹਮ ਦੀ ਵਿਚਾਰ ਹੈ। ਜਿਹੜਾ ਵੀ ਇਹਨੂੰ ਪੜ੍ਹਦਾ ਸੁਣਦਾ ਹੈ ਉਹਦੀ ਮੁਕਤੀ ਹੋ ਜਾਂਦੀ ਹੈ। ਸਤ ਚਿਤ ਆਨੰਦ ਸਰੂਪ ਗੁਰੂ ਸਾਹਿਬ ਜੀ ਹਨ। ਆਪ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਰੱਖੀ ਹੈ। ਸਾਰੇ ਜਗਤ ਦਾ ਜੀਵਨ ਰੂਪ ਅਤੇ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਜੀ। ਨਿਰਭਉ ਮੈਲ ਨ ਗਾਈ ਹੈ। ਗੁਰੂ ਜੀ ਭੈ ਤੋਂ ਰਹਿਤ ਸਰੂਪ ਨੇ ਅਤੇ ਮਹਾਰਾਜ ਵਿੱਚੋਂ ਮਲ ਵਿਖੇਪ ਅਵਰ ਨਾਦਕ ਦੀ ਕੋਈ ਵੀ ਮਲੀਨਤਾ ਹੀ ਨਹੀਂ ਹੈ। ਸਗਲੇ ਜਾਚਾਂ ਗੁਰ ਭੰਡਾਰੀ। ਗੁਰੂ ਜੀ ਗਿਆਨ ਧਿਆਨ ਮੁਕਤੀ ਆਦਿਕ ਦੇ ਖਜ਼ਾਨਚੀ ਰੂਪ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਦੇ ਖਜ਼ਾਨੇ ਵਿੱਚੋਂ 52 ਕਵੀਆਂ ਨੂੰ ਮਾਲਾ ਮਾਲ ਕਰਿਆ ਕਰਦੇ ਅਤੇ ਉਹ ਅਮੀਰ ਬਣ ਕੇ ਆਪਣੇ ਘਰਾਂ ਨੂੰ ਜਾਂਦੇ। ਇੱਕ ਹੰਸ ਰਾਮ ਕਵੀ ਕਟੋਚ ਦਾ ਰਹਿਣ ਵਾਲਾ
18,000 ਚਾਂਦੀ ਦੇ ਰਜਤ ਪਨ ਮੋਹਰਾਂ ਰੁਪਈਏ ਗੁਰੂ ਸਾਹਿਬ ਨੇ ਉਹਨੂੰ ਬਖਸ਼ਿਸ਼ ਕੀਤੇ, ਨਾਲ ਹਾਥੀ ਤੇ ਪਾਲਕੀ ਤੇ ਬਿਠਾ ਕੇ, ਨਾਲ ਸਿਪਾਹੀ ਗੁਰਸਿੱਖ ਦਿੱਤੇ ਵੀ ਜਾਓ ਇਹਨੂੰ ਇਹਦੇ ਘਰ ਛੱਡ ਕੇ ਆਓ। ਕਿਰਪਾਲ ਕਟੋਚੀਆ ਰਾਹ ਦੇ ਵਿੱਚ ਪੁੱਛਦਾ ਵੀ ਆਪ ਕਿਸੇ ਦੇਸ਼ ਦੇ ਰਾਜੇ ਹੋ ਜੀ? ਉਹ ਵਿਚਾਰਾ ਰੋਣ ਹੀ ਲੱਗ ਪਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿੱਥੇ ਮੈਨੂੰ ਕੋਈ ਪੁੱਛਦਾ ਨਹੀਂ ਸੀ, ਵੇਖੋ ਉਸ ਦੇਸ਼ ਦਾ ਰਾਜਾ ਮੈਨੂੰ ਰਾਜਾ ਕਹਿ ਰਿਹਾ। ਕਹਿੰਦੇ ਮੈਂ ਤਾਂ ਗੁਰੂ ਦਰਬਾਰ ਦਾ ਭਾਈ ਇੱਕ ਸੇਵਕ ਹਾਂ, ਇਹ ਤਾਂ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੀ ਹੈ। ਅਤੇ ਹੁਣ ਮਹਾਰਾਜ ਨਾਮ ਦਾ ਖਜ਼ਾਨਾ ਉਦੋਂ ਵੀ ਬੇਅੰਤ ਬਖਸ਼ਿਸ਼ਾਂ ਕਰਦੀ, ਅੰਤਰੀ ਵੀ ਅਤੇ ਪ੍ਰਤੱਖ ਵੀ। ਇਉਂ ਸ਼ੁਭ ਗੁਣਾਂ ਦੇ ਖਜ਼ਾਨੇ ਵਰਤਾਈ ਜਾ ਰਹੇ ਨੇ। ਇਹ ਭੰਡਾਰੀ ਨੇ ਰੱਬ ਦੇ, ਖਜ਼ਾਨਾ ਪਰਮਾਤਮਾ ਦਾ ਹੈ, ਅਤੇ ਗੁਰੂ ਸਾਹਿਬ ਦੋਵਾਂ ਹੱਥਾਂ ਨਾਲ ਆਪਦੇ ਗੁਰਸਿੱਖਾਂ ਨੂੰ ਸੱਤ ਦਿੰਦੇ ਨੇ, ਸੰਦੋਖ ਦਿੰਦੇ ਨੇ, ਧੀਰਜ, ਦਇਆ, ਧਰਮ, ਵਿਚਾਰ ਅਤੇ ਅੰਤਰੀਪ ਗੁਣ ਦੇ ਨਾਲ ਨਾਲ ਖੁੱਲ੍ਹੇ ਗੱਫੇ ਵੀ। ਮਹਾਰਾਜ ਮਾਇਆ ਦੇ ਵੀ, ਪਦਾਰਥਾਂ ਦੇ ਵੀ, ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈ। ਖਾਵੇ ਖਰਚੇ ਰਲ ਮਿਲ ਭਾਈ, ਤੋੜ ਨਾ ਆਵੇ ਵੱਧੋ ਜਾਈ, ਵਰਤਾਈ ਜਾ ਰਹੇ ਹਨ। ਆਪ ਨਿਰੰਜਨ ਲਖ ਅਪਾਰੀ, ਲਖਣ ਤੋਂ ਰਹਿਤ, ਪਾਰਾਂਵਾਰ ਤੋਂ ਰਹਿਤ, ਸ਼ੁੱਧ ਸਰੂਪ ਪਰਮਾਤਮਾ ਆਪ ਹੀ ਗੁਰੂ ਰੂਪ ਧਾਰਨ ਕਰਦਾ ਹੈ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਦਸਾਂ ਸਰੂਪਾਂ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਰੂਪ ਹੋਏ ਹਨ। ਨਾਨਕ ਸਾਚ ਕਹੈ ਪ੍ਰਭ ਜਾਚੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਹੀ ਨਿਰੰਕਾਰ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਸੱਚ ਕਥਨ ਕਰਦੇ ਹੋਏ ਪਰਮੇਸ਼ਰ ਦੇ ਪਾਸੋਂ ਇਹੀ ਦਾਤ ਮੰਗਦੇ ਹਾਂ ਕਿ ਇਹ ਰੱਬ ਸੱਚਿਆ, ਤੇਰਾ ਦਿੱਤਾ ਸਾਡੇ ਕੋਲ ਹੋਰ ਤਾਂ ਸਭ ਕੁਛ ਹੈ। ਮੈਂ ਦੀਜਾ ਸਾਚ ਰਜਾਈ ਹੈ। ਇਹ ਆਗਿਆ ਕਰਨ ਵਾਲੇ ਪਰਮਾਤਮਾ, ਇੱਕ ਮੇਰੇ ਪਾਸ ਤੇਰਾ ਨਾਮ ਨਹੀਂ ਹੈ। ਥੋੜ੍ਹਾ ਕੁ ਚਿਰ ਰਾਖੀਦਾ, ਮੁੜ ਕੇ ਫਿਰ ਭੁੱਲ ਭੱਲ ਜਾਂਦਾ। ਕਿਸੇ ਦਾ ਫੋਨ ਆ ਗਿਆ, ਜਾਂ ਨੀਂਦ ਆ ਗਈ, ਜਾਂ ਭੁੱਖ ਲੱਗ ਗਈ, ਅਤੇ ਜਾਂ ਕੁਛ ਹੋਰ ਹੀ ਹੋ ਗਿਆ, ਮੁੜ ਕੇ ਫਿਰ ਚੇਤਾ ਭੁੱਲ ਜਾਂਦਾ। ਥੋੜ੍ਹਾ ਕੁ ਪਾਠ ਕਰੀਦਾ, ਮੁੜ ਕੇ ਫਿਰ ਅਤੇ ਚੇਤਾ ਹੀ ਨਹੀਂ ਰਹਿੰਦਾ। ਮਹਾਰਾਜ ਕਿਰਪਾ ਕਰ, ਸਾਨੂੰ ਆਪਣਾ ਸੱਚਾ ਨਾਮ ਬਖਸ਼ ਦੇ, ਕਰ ਕਿਰਪਾ, ਕਿਰਪਾਲ ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਉ, ਸਤਿਗੁਰ ਪਾਈ ਪੈ। ਇਹ ਸਤਿਗੁਰੂ ਤੇਰੇ ਗੁਰਦੁਆਰੇ ਦੇ ਅੰਦਰ ਤੇਰੇ ਚਰਨੀ ਅਸੀਂ ਪਏ ਰਹੀਏ, ਇੱਥੇ ਡਿੱਗੇ ਰਹੀਏ, ਅਤੇ ਇੱਥੇ ਹੀ ਸਾਨੂੰ ਬਾਣੀ ਦੇ ਨਾਮ ਦੀ ਦਾਤ ਬਖਸ਼ਿਸ਼ ਕਰਨਾ ਕਰ। ਕਿਉਂਕਿ ਸਾਧੂ ਸੰਗ ਭਜੋ ਗੋਪਾਲ, ਆਣ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲਕਾਲ। ਇਹ ਕਲਯੁਗ ਦਾ ਸਮਾਂ ਸੰਗਤ ਕਰਨ ਦਾ ਅਤੇ ਨਾਮ ਜਪਣ ਦਾ ਹੈ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਸਗਲੇ ਜਾਚੈ ਗੁਰ ਭੰਡਾਰੀ, ਆਪ ਨਿਰੰਜਨ ਲਖ ਅਪਾਰੀ। ਨਾਨਕ ਸਾਚ ਕਹੈ ਪ੍ਰਭ ਜਾਚੈ, ਮੈਂ ਦੀਜੈ ਸਾਚ ਰਜਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰੂ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ।